ने हमेशा कहा भी ये लड़ाई बहुत लंबी चलूगी, बड़ी है, बेमेची टक्कर है, भावें असीं लड़ रहे हैं। सरकार है, सरकार एक पासे नूं ना माने, क्योंकि सरकार के खासे बारे पता होना चाहिए। जिहड़ी सरकार नाल असीं लड़ रहे हैं खासे बारे पता होना। खासा उन्हां दा माड़ा किन्ना है, उहदा क्रिमीनल खासा, खासा इन्ना क्रिमीनल है कि लखे ते केस पिया, लखे नूं तुसीं चक लो, लखे नूं फड़ लो, लखे नूं बदनाम कर लो, उहदे भरा नूं चक्कण दा की मतलब, उहते दोष करन दा की मतलब, उहते जर्म करन दा की मतलब। मैं अगवाई कर रहा कोल दी, मेरे ते परचे दर्ज ने, तुसीं मैनूं चक लो, जेल सिट दो, मैनूं पुट्ठा लटका दो, जो मर्जी तुसीं मैनूं कर दो। तुसीं कल नूं जाके साडे बच्चों नूं चक्को, साडे बच्चों नूं तंग परेशान करूं, किसी दे परिवार नूं तंग करूं। जे जुर्म तुसीं करो, असीं तुहाडे प्यो दे जाके गिट्टां दे डंडे मारीए तो उदों पता नहीं लगूगा। इंटैलीजेंसी दा आपदा काम, साडे नाल सानूं चक ले, सानूं भेज ले, साडे नाल जो मर्जी कर ले, जबर कर ले, ये इंटैलीजेंसी का काम है। दसे तुसीं इवें देख रहे हो भी ये सरकार अड्ड है, वो सरकार अड्ड है। सरकार कोई अड्ड नहीं, जबर करन दे मुद्दे ते दुश्मन दे मुद्दे ते इन्हां दी सारां दी सांझ है। इक्को जिहा तोलदे ने, इक्को जिहा करदे ने, किसी किते कोई घट नहीं किसी। आम लोग इन्हां गल्लां नूं किवें समझण, ਜਿਹੜੇ ਲੋਕ ਟਰਾਲੀਆਂ 'ਚ ਬੈਠੇ ਨੇ ਤੁਹਾਡੇ ਤੋਂ ਵੱਡੀਆਂ ਉਮੀਦਾਂ ਰੱਖਦੇ ਆ ਕਿਤੇ ਨਾ ਕਿਤੇ। ਜਦੋਂ ਤੁਸੀਂ ਮੀਟਿੰਗਾਂ ਦੇ ਲਈ ਨਿਕਲਦੇ ਹੋ, ਸੱਦਾ ਆਉਂਦਾ ਹੈ ਆਫੀਸ਼ੀਅਲ ਤੌਰ ਤੇ ਲੋਕਾਂ ਨੂੰ ਬੜੀ ਉਮੀਦ ਹੁੰਦੀ ਹੈ। ਹੁਣ ਤਾਂ ਦੁਨੀਆ ਦੇ ਦੇਸ਼ ਇਨਵੋਲਵ ਹੋ ਗਏ, ਦੁਨੀਆ ਇਨਵੋਲਵ ਹੋ ਗਈ, ਕੈਨੇਡਾ ਇਨਵੋਲਵ ਹੋ ਗਿਆ, ਯੂਕੇ ਇਨਵੋਲਵ ਹੋ ਗਿਆ, ਅਮਰੀਕਾ ਇਨਵੋਲਵ ਹੋ ਗਿਆ। ਇਹ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਗੱਲਾਂ ਚੱਲ ਪਈਆਂ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ, ਵੱਡਾ ਅੰਦੋਲਨ ਬਣ ਗਿਆ। ਇਸ ਕਰਕੇ ਇੱਕ ਜਥੇਬੰਦੀ ਦੀ ਬਸ ਦੀ ਗੱਲ ਨਹੀਂ ਹੈ। ਇਸ ਕਰਕੇ ਸਾਡੇ ਕੇਡਰ ਨੂੰ ਤਾਂ ਅਸੀਂ ਦੱਸਿਆ ਹੋਇਆ ਵੀ ਇਹ ਲੜਾਈ ਜਿੱਡੀ ਵੱਡੀ ਹੈ, ਇਹਨੇ ਕਾਰਪੋਰੇਟ ਸੈਕਟਰ ਤੇ ਮੋਦੀ ਸਰਕਾਰ ਨੂੰ ਇੱਕ ਕਟਹਿਰੇ ਦੇ ਵਿੱਚ, ਇੱਕ ਲਾਈਨ ਦੇ ਵਿੱਚ ਖੜਾ ਕਰਤਾ, ਲੋਕਾਂ ਦੇ ਸਾਹਮਣੇ ਨੰਗਾ ਕਰਤਾ। ਅਸੀਂ ਦੁਨੀਆ ਦੇ ਵਿੱਚ ਨੰਗਾ ਕੀਤਾ ਮੋਦੀ ਹਕੂਮਤ ਨੂੰ ਵੀ ਆਹ ਹੈ ਭਾਈ ਮੋਦੀ ਹਕੂਮਤ। ਮੋਦੀ ਦਾ ਸਾਹ ਬੰਦ ਕੀਤਾ, ਪੋਲੀਟੀਕਲ ਨੁਕਸਾਨ ਕੀਤਾ। ਜਿਹੜਾ ਲਲਕਾਰੇ ਮਾਰਦਾ ਫਿਰਦਾ ਸੀ, ਜਿਹਦੇ ਚੈਲੰਜ ਨਹੀਂ ਕੋਈ ਕਰ ਸਕਦਾ, ਜਿਹਦੀ ਕੋਈ ਬਾਂਹ ਨਹੀਂ ਫੜਦਾ ਸੀ, ਲਲਕਾਰਾ ਮਾਰ ਕੇ ਬਾਂਹ ਫੜਿਆ ਮੋਰਚੇ ਦੇ ਵਿੱਚ ਤੇ ਦੁਨੀਆ ਦੇ ਸਾਹਮਣੇ ਮੁੱਦਾ ਕਰਕੇ ਸਿੱਟਿਆ ਪਿਆ ਮੋਦੀ ਸਾਹਿਬ। ਬੇਸ਼ੱਕ ਉਹਦੀ ਹਾਰ ਮੰਨਦਾ ਨਹੀਂ ਅੱਜ ਉਹ, ਪਰ ਉਹਦੀ ਇੱਕ ਹਾਰ ਪੋਲੀਟੀਕਲ ਤੌਰ ਤੇ ਇੱਕ ਹਾਰ ਹੋ ਚੁੱਕੀ ਹੈ। ਅਸੀਂ ਮੋਰਚਾ ਜਿੱਤ ਚੁੱਕੇ ਹਾਂ, ਸਰਟੀਫਿਕੇਟ ਲੈਣਾ। ਮੈਂ ਅਬੋਰ ਬੋਲਤਾ ਵੀ ਸਾਡੇ ਪੰਡਾਲ ਦੇ ਵਿੱਚੋਂ ਜੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਸ਼ਾਇਦ ਅਸੀਂ ਨਾ ਹੁੰਦੇ। ਇੱਕ ਬੰਦਾ ਕਮੈਂਟ ਪਾਉਂਦਾ ਕਿ ਹੁਣ ਤੂੰ ਡਰ ਗਿਆ ਕਿਉਂਕਿ ਦੀਪ ਸਿੱਧੂ ਦੀ ਜ਼ਮਾਨਤ ਹੋ ਗਈ। ਉਹਦੇ ਕੋਲ ਬੰਬ ਹੈ ਦੀਪ ਸਿੱਧੂ ਕੋਲੇ, ਜਿਹੜਾ ਆਉਂਦੇ ਸਾਰੇ ਗ੍ਰਹਾਂ ਦੇ ਸਿਰ 'ਚ ਮਾਰੂਗਾ। ਇਹੋ ਜਿਹੇ ਲੋਕਾਂ ਨੇ ਜਿਹੜੇ ਕਮੈਂਟਰ ਨੇ ਇਹਨਾਂ ਦੇ, ਉਹਨਾਂ ਨੇ ਇਹ ਦੁਨੀਆ ਦੀ ਲਹਿਰ ਨੂੰ ਨੇੜੇ ਨਹੀਂ ਲੱਗਣ ਦਿੰਦੇ। ਗਾਲਾਂ ਕੱਢਦੇ ਨੇ ਲੀਡਰਾਂ, ਜ਼ਬਰਦਸਤੀ ਮੇਰੇ ਦੱਖੇ ਸੜਾਣੇ ਨਾਲ ਅਸੀਂ ਜ਼ਬਰਦਸਤੀ ਜੋੜਦੇ ਨੇ, ਗਾਲਾਂ ਕੱਢ ਕੇ। ਆ ਜਿਹੜੀਆਂ ਗੱਲਾਂ ਚੱਲਦੀਆਂ, ਸਾਡਾ ਨਹੀਂ ਕੋਈ ਫਰਕ। ਮੈਨੂੰ ਲੱਖੇ ਨਾਲ ਕਦੇ ਮੈਨੂੰ ਅੱਜ ਤੱਕ ਲੱਖੇ ਨੇ ਕਦੇ ਗਲਤ ਨਹੀਂ ਕਿਹਾ। ਮੇਰੇ ਕੋਲੇ ਆ ਕੇ ਗਿਆ, ਮੇਰੇ ਨਾਲ ਗੱਲ ਕੀਤੀ। ਮੈਂ ਦੀਪ ਸਿੱਧੂ ਦੇ ਮੂੰਹੋਂ ਵੀ ਆਪਦੀ ਕੋਈ ਗੱਲ ਮਾੜੀ ਨਹੀਂ ਸੁਣੀ। ਸਾਡੀ ਨਹੀਂ ਕਦੇ ਆਪਸ ਮਾੜੀ ਹੋਈ। ਸਾਡੇ ਕੈਂਪ ਦੇ ਵਿੱਚੋਂ ਗ੍ਰਿਫਤਾਰ ਹੋਣ, ਅਸੀਂ ਗ੍ਰਿਫਤਾਰ ਨਹੀਂ ਹੋਣ ਦਿੰਦੇ। ਸਾਡਾ ਪਹਿਲਾਂ ਵੀ ਸਟੈਂਡ ਸੀ, ਹੁੰਦੀ ਹੈ। ਅਸੀਂ ਕਦੇ ਵੀ ਨਹੀਂ ਅਸੀਂ ਕਿਸੇ ਇਹ ਨਹੀਂ ਹੈ ਵੀ ਅਸੀਂ ਕੋਈ ਦੀਪ ਸਿੱਧੂ ਨਾਲ ਰਖਿਸਤਾਨੇ ਦਾ ਸਾਡਾ ਕੋਈ ਹੇਜ ਹੈ। ਸਾਡਾ ਕੋਈ ਵਿਰੋਧ ਵੀ ਨਹੀਂ ਤੇ ਹੇਜ ਵੀ ਨਹੀਂ। KMP ਰੋਡ ਨੂੰ ਬੰਦ ਕੀਤਾ ਤਾਂ ਨਰਿੰਦਰ ਤੋਮਰ ਹੋਰਾਂ ਨੂੰ ਬੋਲਣਾ ਪਿਆ, ਪਰ ਬੋਲੇ ਬੜੇ ਹੋਰ ਲਹਿਜੇ ਦੇ ਵਿੱਚ ਨੇ। ਕਹਿੰਦੇ ਗੱਲਬਾਤ ਕਰਨ ਦੇ ਲਈ ਤਿਆਰ ਆ, ਪਰ ਤੁਹਾਨੂੰ ਅੰਦੋਲਨ ਛੱਡ ਦੇਣਾ ਚਾਹੀਦਾ, ਜੇ ਛੱਡੋਗੇ ਤਾਂ ਗੱਲ ਕਰਦੇ ਆ। ਕੰਡੀਸ਼ਨ ਨਾਲ ਗੱਲ ਕਰਨ ਨੂੰ ਤਿਆਰ ਹੈ। ਤੈਨੂੰ ਕਿਹਨੇ ਕਹਿਤਾ ਹੈ ਵੀ ਤੂੰ ਗੱਲ ਕਰ? ਤੈਨੂੰ ਕਦੋਂ ਕਿਹਾ ਸੀ ਗੱਲ ਕਰ? ਜੇ ਤੇਰੀਆਂ ਇਹ ਕੰਡੀਸ਼ਨਾਂ ਨੇ, ਇਹ ਸ਼ਰਤਾਂ ਨੇ, ਬਿਆਨ ਦੇਣ ਲੱਗੇ ਘੱਟੋ ਘੱਟ ਸੋਚਤਾ ਲੈ ਕਰ, ਪੁੱਛਤਾ ਲੈ ਤੇਰੇ ਪ੍ਰਭੂਆਂ ਨੂੰ। एक अंदोलन चक्कण की खातर, तेरी जबान नाल कहे की खातर ये अंदोलन नहीं चक्या जाता। 350 बंदा लग गया इस अंदोलन च, जिन्होंने तू कहना छड्ड दे। देशां विदेशां दे विच विरोधी मुजाहरे हो रहे हैं। बांग्लादेश के दौरे ते गया सी, लाशां मुंडियां ने, तो लाशां मूँह नहीं करता दूजे देश पर। तुहाडियां बयानबाजियां ने, तुहाडियां कालियां करतूतां ने, ਤੁਹਾਡੇ ਹਮ ਕਾਲੇ ਮੂੰਹਾਂ ਨੇ ਜਿਹੜੇ ਇਹ ਕਹਿੰਦੇ ਹੋ ਵੀ ਪੈਸੇ ਮਰਨ ਵਾਸਤੇ ਦਿੰਦੇ ਆ। ਸੰਭਲ ਕੇ ਬੋਲਿਆ ਕਰੋ, ਹੋਸ਼ ਕਰੋ। ਹਾਕਮੋਂ ਹਾਕਮ ਬਹੁਤ ਆਏ ਨੇ, ਇਹ ਰਸਤਾ ਚੈਲੰਜ ਕਰ ਦਿੰਦਾ, ਕਿਤੇ ਨਾ ਕਿਤੇ ਧੋਖਾ ਖਾਓਗੇ। ਕਿਸਾਨਾਂ ਨੇ ਜਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਇਲੈਕਸ਼ਨ ਹੋਣੇ ਸੀ ਉੱਥੇ ਜਾ ਕੇ ਕੰਪੇਨਿੰਗ ਕੀਤੀ ਹੈ।
ਲੋਕਾਂ ਨੂੰ ਇਹ ਜਾ ਕੇ ਕਿਹਾ ਹੈ ਕਿ ਤੁਸੀਂ ਕਿਤੇ ਵੀ ਵੋਟ ਪਾਓ ਪਰ ਭਾਜਪਾ ਨੂੰ ਨਾ ਪਾਇਓ, ਵੀ ਉਹਦਾ ਕਿੰਨਾ ਕੁ ਅਸਰ ਹੁੰਦਾ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾ ਹੂਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਟ੍ਰੇਟ ਟਾਕ। ਤੇ ਮੇਰੇ ਨਾਲ ਦੀ ਕੁਰਸੀ ਤੇ ਬੈਠੇ ਨੇ ਜੋਗਿੰਦਰ ਸਿੰਘ ਉਗਰਾਹਾਂ ਜੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਨੇ। ਔਰ ਇਹ ਜਥੇਬੰਦੀ ਉਹਨਾਂ 32 ਜਥੇਬੰਦੀਆਂ ਜੋ ਪੰਜਾਬ ਦੀਆਂ ਹੈ ਉਹਨਾਂ ਦੇ ਵਿੱਚ ਤਾਂ ਕੰਮ ਨਹੀਂ ਕਰਦੀ, ਪਰ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ। ਇਹ ਮੈਂ ਇਸ ਕਰਕੇ ਸਪਸ਼ਟ ਕੀਤਾ ਕਿਉਂਕਿ ਕਈ ਲੋਕਾਂ ਨੂੰ ਇਹ ਜ਼ਰੂਰ ਕਿਤੇ ਨਾ ਕਿਤੇ ਸ਼ੰਕਾ ਰਹਿੰਦੀ ਹੈ ਜਾਂ ਸ਼ੱਕ ਰਹਿੰਦਾ ਹੈ ਕਿ ਕਿਹੜੀ ਜਥੇਬੰਦੀ ਕਿਵੇਂ ਕੰਮ ਕਰ ਰਹੀ ਹੈ। ਤਾਂ ਕਈ ਵਿਸ਼ਿਆਂ ਤੇ ਗੱਲਬਾਤ ਉਗਰਾਹਾਂ ਸਾਹਿਬ ਦੇ ਨਾਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਾਫੀ ਵੱਡੀ ਕਾਲ ਸਮਝੀ ਜਾ ਰਹੀ ਹੈ ਜੋ KMP ਰੋਡ ਨੂੰ ਰੋਕਿਆ ਗਿਆ ਸੀ, ਜਾਨੀ ਦਿੱਲੀ ਨੂੰ ਚਾਰੇ ਪਾਸਿਓਂ ਬੰਦ ਕਰਨ ਦੀ ਕੋਸ਼ਿਸ਼ ਕਹਿ ਸਕਦੇ ਹਾਂ ਆਪਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੀ, ਤੇ ਜਾਨੀ ਸੰਕੇਤਕ ਤੌਰ ਤੇ ਵੀ ਕਹਿ ਸਕਦੇ ਹਾਂ। ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਦਿੱਲੀ ਪੁਲਿਸ ਵੜ ਗਈ ਹੈ। ਨੌਜਵਾਨਾਂ ਨੂੰ ਪਰੇਸ਼ਾਨ ਪਹਿਲਾਂ ਵੀ ਕੀਤਾ ਜਾਂਦਾ ਰਿਹਾ, ਪਰ ਹੁਣ ਤਾਂ ਇੱਕ ਨੌਜਵਾਨ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਦਿੱਲੀ ਪੁਲਿਸ, ਔਰ ਬੁਰੇ ਤਰੀਕੇ ਦਾ ਤਸ਼ੱਦਦ ਵੀ ਹੁੰਦਾ ਬਿਨਾਂ ਕਿਸੇ FIR ਤੋਂ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ। ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਮਸਲੇ ਜੋ ਤੁਸੀਂ ਵੀ ਸਮਝਣਾ ਚਾਹੁੰਦੇ ਹੋ ਔਰ ਅਸੀਂ ਵੀ ਸਮਝਣਾ ਚਾਹੁੰਦੇ ਹਾਂ। ਉਗਰਾਹਾਂ ਸਾਹਿਬ ਨਾਲ ਗੱਲਬਾਤ ਕਰਾਂਗੇ। ਉਗਰਾਹਾਂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਧੰਨਵਾਦ। ਉਗਰਾਹਾਂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸਮਝਣਾ ਚਾਹਾਂਗਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ KMP ਰੋਡ ਨੂੰ ਆਪਾਂ ਬੰਦ ਕਰਨਾ ਹੈ 24 ਘੰਟੇ ਦੇ ਲਈ। ਤੁਹਾਡੇ ਕੋਲੇ ਫੀਡਬੈਕ ਕਿਸ ਤਰ੍ਹਾਂ ਦਾ, ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਅੰਕੜੇ ਪਹੁੰਚੇ ਆ ਕਿ ਕਿੰਨਾ ਕੁ ਫਰਕ ਮਹਿਸੂਸ ਕੀਤਾ ਸਰਕਾਰ ਨੇ ਔਰ ਇਸ ਕਾਲ ਦਾ ਕਿੰਨਾ ਕੁ ਅਸਰ ਰਿਹਾ? ਦੇਖੋ, ਕਾਲ ਹਰੇਕ ਆਪਣੀ ਥਾਂ ਹੁੰਦੀ ਹੈ, ਕਾਲ ਦਾ ਅਸਰ ਤਾਂ ਹੁੰਦਾ ਹੀ ਹੈ। ਕਾਲ ਨੇ ਇੱਕ ਵਾਰ ਤਾਂ ਮਤਲਬ ਤੋਮਰ ਨੂੰ ਬੋਲਣਾ ਪੈ ਗਿਆ, ਕਾਲ ਕਾਮਯਾਬ ਹੋਈ ਹੈ। ਤੇ ਕਾਲ ਸੰਯੁਕਤ ਮੋਰਚੇ ਨੇ ਭਾਵੇਂ ਲਿਖੀ ਹੈ, ਸਾਡੀ ਗੈਰ ਹਾਜ਼ਰੀ 'ਚ ਲਿਖੀ ਹੈ, ਪਰ ਉਹ ਕਾਲ ਸਾਰਿਆਂ ਨੇ ਲਾਗੂ ਜ਼ੋਰ ਸ਼ੋਰ ਨਾਲ ਕੀਤੀ ਹੈ। ਅਸੀਂ ਇਸ ਗੱਲ ਨੂੰ ਧਿਆਨ 'ਚ ਰੱਖਿਆ ਵੀ ਸਾਡੀ ਕਾਲ ਜਿਹੜੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਕੋਈ ਪ੍ਰਭਾਵਿਤ ਨਾ ਕਰੇ, ਉਹਨਾਂ ਦੇ ਕੰਮਾਂ ਧੰਦਿਆਂ 'ਚ ਪ੍ਰਭਾਵਿਤ ਨਾ ਕਰੇ। ਪਹਿਲਾਂ ਇਹ 11 ਤੋਂ 11 ਵਜੇ ਤੱਕ ਸੀ, ਫਿਰ ਅਸੀਂ 8 ਤੋਂ 8 ਵਜੇ ਤੱਕ ਕਰਕੇ ਜਾਨੀ ਇੱਕ ਦਿਨ ਦੇ ਵਿੱਚ ਇਹਨੂੰ ਸਮੇਟ ਕੇ ਦੂਜੇ ਦਿਨ ਲੋਕਾਂ ਨੂੰ ਕੰਮ ਵਾਸਤੇ ਸੜਕ ਛੱਡੀ ਹੈ। ਮੈਨੂੰ ਲੱਗਦਾ ਵੀ ਸਫਲ ਰਹੀ ਹੈ, ਬਹੁਤ ਵਧੀਆ ਰਹੀ ਹੈ, ਬਹੁਤ ਠੀਕ ਰਹੀ ਹੈ। ਕੇਂਦਰ ਦੇ ਦਾ ਕੀ ਅਸਰ ਹੁੰਦਾ ਹੈ ਕੇਂਦਰ ਦੇਖ ਸਕਦਾ। ਅਸੀਂ ਨੇ ਆਪਦਾ ਐਕਸ਼ਨ ਸਫਲ ਕੀਤਾ, ਅਸੀਂ ਉਹ ਕਾਲ ਨੂੰ ਪੂਰਾ ਇਹਨੂੰ ਵਧੀਆ ਮੰਨਦੇ ਹਾਂ ਤੇ ਇੱਕ ਸਾਲ ਕੰਮ ਕਰਦੇ। ਜੀ ਉਗਰਾਹਾਂ ਸਾਹਿਬ, ਡੈਡਲੌਕ ਕਾਫੀ ਬੁਰੇ ਤਰੀਕੇ ਦਾ ਡੈਡਲੌਕ ਕਹਿ ਸਕਦੇ ਹਾਂ। ਇਸ ਤੋਂ ਪਹਿਲਾਂ ਵੀ ਇੱਕ ਵਾਰ ਹੋਇਆ ਸੀ, ਪਰ ਥੋੜੇ ਸਮੇਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਗਈ ਸੀ। ਕੀ ਸਮਝਦੇ ਹੋ? ਕਾਫੀ ਚੰਗੇ ਕਹਿ ਸਕਦੇ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਾਫੀ ਚੰਗੇ ਤਰੀਕੇ ਸਮਝਦੇ ਹੋ ਕਿ ਲੰਬਾ ਡੈਡਲੌਕ ਹੋਣਾ, ਗੱਲਬਾਤ ਹੋਣੀ ਨਹੀਂ, ਸਰਕਾਰ ਆਪਣੇ ਕੰਮਾਂ ਦੇ ਵਿੱਚ ਮਸਤ ਹੈ, ਜਾਂ ਫਿਰ ਅੰਦੋਲਨ ਨੂੰ ਢਾਹ ਲਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਸਰਕਾਰ ਕਰ ਰਹੀ ਹੈ? ਗੱਲਬਾਤ ਵੱਲ ਗੱਲ ਕਿਉਂ ਨਹੀਂ ਵਧਦੀ? ਦੇਖੋ, ਇਹ ਮੋਰਚੇ ਦੀ ਕਿਸਮ ਹੀ ਇਹੋ ਜਿਹੀ ਆ। ਇਹ ਮੋਰਚਾ ਇਸ ਕਿਸਮ ਦਾ ਵੀ ਇਹਦੇ ਵਿੱਚ ਡੈਡਲੌਕ ਹੋਣੀ ਵੀ ਜ਼ਰੂਰੀ ਹੈ। ਇਹਦੇ ਵਿੱਚ ਡੈਡਲੌਕ ਇਸ ਕਰਕੇ ਹੋਣੀ ਜ਼ਰੂਰੀ ਹੈ, ਨਾ ਅਸੀਂ ਆਪਦੀ ਗੱਲ ਛੱਡ ਸਕਦੇ ਹਾਂ, ਨਾ ਕੇਂਦਰ ਆਪਦੀ ਛੱਡ ਸਕਦਾ। ਟਕਰਾਅ ਬਹੁਤ ਕਸੂਤਾ ਹੈ, ਫੈਸਲਾ ਬਹੁਤ ਕਸੂਤਾ ਹੈ। ਸਾਡੀ ਵੀ ਰੋਟੀ ਦਾ ਸਵਾਲ ਹੈ ਤੇ ਉਹਨਾਂ ਦੀ ਕਾਰਪੋਰੇਟ ਘਰਾਣਿਆਂ ਦੀ ਰੋਟੀ ਦਾ ਸਵਾਲ ਹੈ। ਉਹ ਕਾਰਪੋਰੇਟ ਘਰਾਣਿਆਂ ਦੀ ਰੋਟੀ ਬਚਾਉਣਾ ਚਾਹੁੰਦੇ ਨੇ, ਅਸੀਂ ਆਪਦੇ ਚੁੱਲ੍ਹੇ ਜਗਦਾ ਰੱਖਣਾ ਚਾਹੁੰਦੇ ਹਾਂ। ਇਸ ਗੱਲ ਦਾ ਸਵਾਲ ਇਸ ਗੱਲ ਨਹੀਂ, ਮੋਦੀ ਹੁਕੂਮਤ ਨਾਲ ਨਹੀਂ, ਇੱਕ ਵੱਡੀ ਪਾਲਿਸੀ ਨਾਲ ਸਵਾਲ ਹੈ। ਉਹ ਵੱਡੀ ਪਾਲਿਸੀ ਦੇ ਪਿੱਛੇ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦੀ ਗੱਲ ਬੈਠੀ ਹੈ। ਇਸ ਕਰਕੇ ਬਾਂਹ ਉਹਨਾਂ ਦੀ ਮਰੋੜੀ ਹੋਈ ਹੈ, ਅਡਾਨੀਆਂ ਬਾਨੀਆਂ ਦੀ ਬਾਂਹ ਮਰੋੜੀ ਹੋਈ ਹੈ। ਮੋਦੀ ਹੁਕੂਮਤ ਨੂੰ ਇਸ ਕਰਕੇ ਉਹਨਾਂ ਦਾ ਪੱਖ ਪੂਰਨ ਦੀ ਖਾਤਰ ਸਾਡੀਆਂ ਗੱਲਾਂ ਇਗਨੋਰ ਕਰਨੀਆਂ ਪੈ ਰਹੀਆਂ ਨੇ। ਇਸ ਕਰਕੇ ਇਹ ਲੜਾਈ ਦਾ ਲੰਬੇ ਜਾਣਾ ਸਵਾਲ। ਅਸੀਂ ਕਦੇ ਨਹੀਂ ਕਿਹਾ ਵੀ ਇਹ ਲੜਾਈ 1-2 ਦਿਨਾਂ 'ਚ ਮੁੱਕਣ ਵਾਲੀ ਹੈ, 2 ਮਹੀਨਿਆਂ 'ਚ ਮੁੱਕਣ ਵਾਲੀ ਹੈ। ਅਸੀਂ ਹਮੇਸ਼ਾ ਕਿਹਾ ਵੀ ਇਹ ਲੜਾਈ ਬਹੁਤ ਲੰਬੀ ਚੱਲੂਗੀ, ਵੱਡੀ ਹੈ, ਬੇਮਿੱਚੀ ਟੱਕਰ ਹੈ, ਭਾਵੇਂ ਅਸੀਂ ਲੜ ਰਹੇ ਹਾਂ। ਸਰਕਾਰ ਹੈ, ਸਰਕਾਰ ਇੱਕ ਪਾਸੇ ਨੂੰ ਨਾ ਮੰਨੇ, ਕਿਉਂਕਿ ਸਰਕਾਰ ਦੇ ਖਾਸੇ ਬਾਰੇ ਪਤਾ ਹੋਣਾ ਚਾਹੀਦਾ। ਜਿਹੜੀ ਸਰਕਾਰ ਨਾਲ ਅਸੀਂ ਲੜ ਰਹੇ ਹਾਂ ਉਹਦੇ ਖਾਸੇ ਬਾਰੇ ਪਤਾ ਹੋਣਾ। ਖਾਸਾ ਉਹਨਾਂ ਦਾ ਮਾੜਾ ਕਿੰਨਾ ਹੈ, ਉਹਦਾ ਕ੍ਰਿਮੀਨਲ ਖਾਸਾ ਇੰਨਾ ਕ੍ਰਿਮੀਨਲ ਹੈ ਕਿ ਲੱਖੇ ਤੇ ਕੇਸ ਪਿਆ। ਲੱਖੇ ਨੂੰ ਤੁਸੀਂ ਚੱਕ ਲਓ, ਲੱਖੇ ਨੂੰ ਫੜ ਲਓ, ਲੱਖੇ ਨੂੰ ਬਦਨਾਮ ਕਰ ਲਓ। ਉਹਦੇ ਭਰਾ ਨੂੰ ਚੱਕਣ ਦਾ ਕੀ ਮਤਲਬ? ਉਹ ਤੇ ਦੋਸ਼ ਕਰਨ ਦਾ ਕੀ ਮਤਲਬ? ਉਹ ਤੇ ਜਰਮ ਕਰਨ ਦਾ ਕੀ ਮਤਲਬ? ਮੈਂ ਅਗਵਾਈ ਕਰ ਰਿਹਾ ਕੋਲ ਦੀ, ਮੇਰੇ ਤੇ ਪਰਚੇ ਦਰਜ ਨੇ। ਤੁਸੀਂ ਮੈਨੂੰ ਚੱਕ ਲਓ, ਜੇਲ੍ਹ ਸਿੱਟ ਦਿਓ, ਮੈਨੂੰ ਪੁੱਠਾ ਲਟਕਾ ਦਿਓ, ਜੋ ਮਰਜ਼ੀ ਤੁਸੀਂ ਮੈਨੂੰ ਕਰ ਦਿਓ। ਤੁਸੀਂ ਕੱਲ ਨੂੰ ਜਾ ਕੇ ਸਾਡੇ ਬੱਚਿਆਂ ਨੂੰ ਚੱਕੋ, ਸਾਡੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰੋ, ਕਿਸੇ ਦੇ ਪਰਿਵਾਰ ਨੂੰ ਤੰਗ ਕਰੋ। ਉਹ ਵਿਚਾਰਾ ਨਾ ਜਾਣੇ ਲੱਖਾ ਕੀ ਕਰਦਾ ਕੀ ਨਹੀਂ ਕਰਦਾ, ਨਾ ਉਹਨੂੰ ਕਿਸੇ ਗੱਲ ਦਾ ਪਤਾ। ਲੱਖਾ ਕਰਦਾ ਉਹ ਲੱਖੇ ਨਾਲ ਜਿਵੇਂ ਮਰਜ਼ੀ ਨਿਪਟ ਲਓ। ਤੁਸੀਂ ਉਹਦੇ ਭਰਾ ਨੂੰ ਚੱਕ ਕੇ, ਹੋਰ ਉਹਦੇ ਦੋਸਤ ਨੂੰ ਚੱਕ ਕੇ, ਜਾਂ ਕਿਸੇ ਹੋਰ ਬੰਦੇ ਨੂੰ ਚੱਕ ਕੇ ਉਹ ਤੇ ਜ਼ਬਰ ਕਰੋ, ਇਹ ਕਿਵੇਂ ਠੀਕ ਹੈ? ਇਸ ਕਰਕੇ ਸਾਡੀ ਇਸ ਗੱਲ ਦੀ ਅਸੀਂ ਨਿਖੇਧੀ ਕਰਦੇ ਹਾਂ ਸਰਕਾਰ ਦੀ। ਜੇ ਦਿੱਲੀ ਪੁਲਿਸ ਨੇ ਇਹ ਵਾਕਾ ਕੀਤਾ ਤੇ ਦਿੱਲੀ ਪੁਲਿਸ ਨੂੰ ਸਪਸ਼ਟ ਕਰਨਾ ਚਾਹੀਦਾ। ਰੁੱਦੂ ਸਿੰਘ ਮਾਨਸਾ ਦੇ ਪੋਤਰੇ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼। ਦੇਖੋ, ਰੁੱਦੂ ਸਿੰਘ ਮਾਨਸਾ ਦਾ ਪੋਤਰਾ ਪੋਲੀਟੀਕਲ ਲਾਈਨ ਦੇ ਵਿੱਚ ਹੈ, ਉਹਦੀ ਸਾਨੂੰ ਨਹੀਂ ਪਰਵਾਹ, ਉਹ ਸਾਡਾ ਹੀ ਹੈ।
ਸਾਡਿਆਂ ਦੇ ਵਿੱਚੋਂ ਹੈ, ਸਾਡੇ ਉਹ ਸਰਦਾਰ ਨਹੀਂ ਹੈ, ਉਹ ਪੋਲੀਟੀਕਲ ਪਰਿਵਾਰ ਹੈ। ਉਹਦੇ ਪੋਤੇ ਨੂੰ ਫੜਿਆ, ਜਿਹੜੀ ਆਰਗੇਨਾਈਜੇਸ਼ਨ ਉਹਨਾਂ ਦੇ ਨਾਲ ਕੰਮ ਕਰਦੀ ਹੈ, ਉਹਨਾਂ ਨੇ ਉਹਨੂੰ ਛਡਾ ਵੀ ਲੈਣਾ, ਇਹ ਕੋਈ ਗੱਲ ਨਹੀਂ ਹੈ। ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ, ਸਾਡੇ ਰਿਸ਼ਤੇਦਾਰ ਨੇ, ਸਾਡੇ ਭੈਣ ਭਰਾ ਨੇ, ਉਹਨਾਂ ਦੀਆਂ ਬਕਾਇਦਾ ਆਰਗੇਨਾਈਜੇਸ਼ਨਾਂ ਨੇ, ਉਹ ਸਾਡੇ ਨਾਲ ਸੰਪਰਕ ਕਰ ਲੈਂਦੀਆਂ, ਉਹ ਸਾਡੇ ਵਾਸਤੇ ਕੋਈ ਸਮੱਸਿਆ ਨਹੀਂ। ਪਰ ਇਹ ਤਾਂ ਕਿਸੇ ਆਰਗੇਨਾਈਜੇਸ਼ਨ 'ਚ ਕੰਮ ਨਹੀਂ ਕਰਦਾ, ਉਹ ਤਾਂ ਵਿਚਾਰਾ ਆਪਣੇ ਨਿੱਜੀ ਕੰਮ ਵਾਸਤੇ ਗਿਆ। ਉਹਨੂੰ ਚੱਕਣਾ ਤੇ ਉਹਨੂੰ ਕੁੱਟਮਾਰ ਕਰਨਾ ਤੇ ਉਹਦੇ ਤੇ ਐਡਾ ਤਸ਼ੱਦਦ ਕਰਨਾ, ਉਹਦੇ ਜ਼ਬਰ ਕਰਨਾ। ਤੂੰ ਲੱਖੇ ਨੂੰ ਦੱਸ ਕਿੱਥੇ ਕਿ ਲੱਖਾ ਤੁਹਾਡੇ ਬਾਹਰ ਨਿਕਲਿਆ ਵਾ? ਤੁਸੀਂ ਲੱਖੇ ਨੂੰ ਫੜ ਲਓ, ਤੁਹਾਡੀ ਇੰਟੈਲੀਜੈਂਸ IT ਸੈੱਲ ਹੈ ਤੁਹਾਡਾ, ਤੁਸੀਂ ਲੱਖੇ ਤੇ ਫੜ ਕੇ ਜੋ ਮਰਜ਼ੀ ਜੁਰਮ ਕਰੋ। ਜੇ ਜੁਰਮ ਤੁਸੀਂ ਕਰੋ, ਅਸੀਂ ਤੁਹਾਡੇ ਪਿਓ ਦੇ ਜਾ ਕੇ ਗਿੱਟਾਂ ਦੇ ਡੰਡੇ ਮਾਰੀਏ, ਉਦੋਂ ਪਤਾ ਨਹੀਂ ਲੱਗੂਗਾ। ਤੁਸੀਂ ਦੱਸੋ ਇਹ ਕਿਵੇਂ ਜਾਇਜ਼ ਹੈ? ਇਹਨੂੰ ਮੰਨਿਆ ਕਿਵੇਂ ਜਾਊਗਾ? ਉਗਰਾਹਾਂ ਸਾਹਿਬ, ਇਹਨੂੰ ਬਰਦਾਸ਼ਤ ਤਾਂ ਬਿਲਕੁਲ ਨਹੀਂ ਕੀਤਾ ਜਾ ਰਿਹਾ। ਜਿਵੇਂ ਤੁਸੀਂ ਵੀ ਕਿਹਾ, ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਖੰਡਨ ਕੀਤਾ, ਹਰ ਇੱਕ ਜਥੇਬੰਦੀ ਨੇ ਆਪਣੇ ਆਪਣੇ ਤੌਰ ਤੇ ਜਾਨੀ ਇਸ ਦੀ ਨਿਖੇਧੀ ਕੀਤੀ ਹੈ, ਪਰ ਇਸ ਐਕਸ਼ਨ ਨੂੰ ਕਿਵੇਂ ਲੈਂਦੇ ਹੋ? ਕਿਉਂਕਿ ਦੇਖੋ, ਮੇਰਾ ਇਹ ਵਿਊ ਨਹੀਂ ਵੀ ਮੈਂ ਇਹ ਕੋਈ ਮੈਂ ਲੱਖੇ ਦੀ ਕੋਈ ਪੱਖ ਕਰ ਰਿਹਾ ਜਾਂ ਮੈਂ ਕੋਈ ਲੱਖੇ ਦੀ ਸਪੋਰਟ ਕਰ ਰਿਹਾ, ਇਹ ਗੱਲ ਨਹੀਂ ਹੈ ਮੇਰੀ ਗੱਲ ਇਹ ਹੈ ਵੀ ਇਹ ਕੰਮ ਗਲਤ ਹੈ। ਇਹ ਗੱਲ ਠੀਕ ਸਵਾਲ ਵੀ ਇਸੇ ਦਾ ਇਹ ਵੀ ਇਹ ਅਜਿਹੇ ਐਕਸ਼ਨ ਨੂੰ ਸਮਝਿਆ ਕਿਵੇਂ ਜਾ ਸਕਦਾ? ਦੇਖੋ, ਅਸੀਂ ਲੜ ਰਹੇ ਹਾਂ, ਸਾਡੀ ਟੱਕਰ ਸਰਕਾਰ ਨਾਲ, ਅਸੀਂ ਸਰਕਾਰ ਦੇ ਟੱਕਰ ਨੂੰ ਝੱਲਣ ਵਾਸਤੇ ਤਿਆਰ। ਸਰਕਾਰ ਸਾਡੇ ਤੇ ਜ਼ਬਰ ਕਰੇ, ਜ਼ੁਲਮ ਕਰੇ, ਕੱਲ ਨੂੰ ਸਾਡੇ ਬੱਚਿਆਂ ਨੂੰ ਚੱਕ ਲਵੇ, ਕੱਲ ਨੂੰ ਸਾਡੇ ਪਰਿਵਾਰ ਨੂੰ ਚੱਕ ਲਵੇ। ਤੁਸੀਂ ਕਿੰਨੇ ਜੁਰਮ ਕਰਦੇ ਹੋ? ਹਰ ਰੋਜ਼ ਕਰਦੇ ਹੋ, ਹਰ ਰੋਜ਼ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ। ਤੁਸੀਂ ਗੋਲੀਆਂ ਮਾਰ-ਮਾਰ ਲੋਕਾਂ ਨੂੰ ਮਾਰਿਆ, ਤੁਸੀਂ ਘਰਾਂ 'ਚ ਚੱਕ-ਚੱਕ ਲੋਕਾਂ ਨੂੰ ਮਾਰਿਆ। ਤੁਹਾਡੇ ਪਰਿਵਾਰ ਨੂੰ ਅਸੀਂ ਕਦੇ ਮਾਰਿਆ? ਅਸੀਂ ਮਾਰਨ ਦੀ ਗੱਲ ਕੀਤੀ ਹੈ? ਤੁਸੀਂ ਜ਼ਬਰ ਕਰਦੇ ਹੋ, ਅਸੀਂ ਤੁਹਾਡੇ ਪਿਓ ਦੇ ਜਾ ਕੇ ਗਿੱਟੇ ਕੁੱਟ ਦਈਏ, ਉਹਨੂੰ ਇਹ ਕਹਿ ਕੇ ਵੀ ਤੇਰੇ ਮੁੰਡੇ ਨੇ ਸਾਡੇ ਨਾਲ ਇਹ ਕੀਤਾ, ਤੁਸੀਂ ਬਰਦਾਸ਼ਤ ਕਰੋਗੇ? ਇਸ ਕਰਕੇ ਸਾਡੇ ਨਾਲ ਅਸੀਂ ਲੜਦੇ ਹਾਂ ਮੈਦਾਨ 'ਚ, ਸਾਡੇ ਨਾਲ ਜੋ ਮਰਜ਼ੀ ਕਰ ਲਓ। ਕਿਸੇ ਦੇ ਬੱਚਿਆਂ ਨੂੰ ਚੱਕਣਾ, ਉਹਦੇ ਭਰਾਵਾਂ ਨੂੰ ਚੱਕਣਾ ਜਾਂ ਕਿਸੇ ਰਿਸ਼ਤੇਦਾਰ ਨੂੰ ਚੱਕਣਾ ਤੇ ਉਹਦੇ ਚੱਕ ਕੇ ਜ਼ਬਰ ਕਰ ਦੇਣਾ, ਇਹ ਕਿਵੇਂ ਬਰਦਾਸ਼ਤ ਕੀਤਾ ਜਾਵੇ? ਠੀਕ ਹੈ ਉਗਰਾਹਾਂ ਸਾਹਿਬ, ਪੰਜਾਬ ਸਰਕਾਰ ਦਾ ਵੀ ਕਿਤੇ ਨਾ ਕਿਤੇ ਇੱਥੇ ਫੇਲੀਅਰ ਮੰਨਦੇ ਹੋ? ਕਿਉਂਕਿ ਸਿੱਧੇ ਜਿਹਾ ਸਮਝ ਆਉਂਦਾ ਹੈ ਕਿ ਜਦੋਂ ਇੱਕ ਥਾਣੇ ਦੀ ਪੁਲਿਸ ਨੇ ਦੂਜੇ ਥਾਣੇ 'ਚ ਜਾਣਾ ਹੈ ਤਾਂ ਸੰਪਰਕ ਤਾਂ ਸਾਧਿਆ ਜਾਂਦਾ, ਫਿਰ ਇੱਕ ਦੂਜੇ ਸੂਬੇ ਦੀ ਪੁਲਿਸ ਜਾਂਦੀ ਹੈ, ਸ਼ਰੇਆਮ ਜਾ ਕੇ ਉਥੋਂ ਅਰੈਸਟ ਕਰ ਲੈਂਦੇ ਆ। ਇਹਨੂੰ ਕਿਵੇਂ ਦੇਖਦੇ? ਦੇਖੋ, ਜ਼ਬਰ ਕਰਨ ਵਾਲੇ ਪੁਲਿਸ, ਇਹਨਾਂ ਸਰਕਾਰਾਂ ਨੂੰ ਤੁਸੀਂ ਐਵੇਂ ਵੱਖ ਦੇਖ ਰਹੇ ਹੋ। ਸਰਕਾਰਾਂ ਦੇ ਵਿੱਚ ਕੋਈ ਵੱਖਰੇਵਾ ਨਹੀਂ ਹੁੰਦਾ। ਦੂਜੀ ਪੁਲਿਸ ਦੀ ਸਪੋਰਟ ਲੈਂਦੀ ਹੈ, ਦੂਜੀ ਇੰਟੈਲੀਜੈਂਸ ਦੀ ਸਪੋਰਟ ਲੈਂਦੀ ਹੈ। ਸਾਡੀ ਇੱਕ ਗੱਲ ਦਾ ਪਤਾ ਸਾਡਾ ਕਿੱਥੇ, ਅਸੀਂ ਇੱਥੇ ਫਿਰਦੇ ਹਾਂ। ਸਾਡੀ ਇੱਕ ਇੰਟੈਲੀਜੈਂਸ ਸਾਡੇ ਮਗਰ ਫਿਰਦੀ ਹੈ, ਦੂਜੀ ਸਰਕਾਰ ਨੂੰ ਦੂਜੀ ਸਰਕਾਰ ਦੱਸਦੀ ਹੈ। ਸਾਡੀ ਇੱਕ ਐਕਟਿਵ ਵਾਰੀ ਪਤਾ, ਜੇ ਅਸੀਂ ਨੇ ਇੱਥੋਂ ਜਾਣਾ, ਮੈਂ ਤੁਹਾਨੂੰ ਥੋੜ੍ਹੇ ਯਾਦ ਹੋਣਾ ਵੀ ਮੈਂ ਕਰੋਨਾ ਦਾ ਮਰੀਜ਼ ਸੀ, ਮੈਨੂੰ ਪਤਾ ਸੀ ਮੈਂ ਬਠਿੰਡੇ ਦਾਖਲ, ਮੈਨੂੰ ਆਪਦਾ ਮੋਬਾਈਲ ਬੰਦ ਕਰਕੇ ਜਾਣਾ ਪਿਆ, ਮੈਨੂੰ ਆਪਦਾ ਮੋਬਾਈਲ ਘਰੇ ਧਰ ਕੇ ਜਾਣਾ ਪਿਆ, ਕਿਉਂਕਿ ਇੰਟੈਲੀਜੈਂਸ ਸਾਡੇ ਮਗਰ ਫਿਰਦੀ ਹੈ। ਜਿਹੜੀ ਗੱਡੀ ਦੇ ਵਿੱਚ ਮੈਂ ਸੀ, ਮੈਂ ਉਹ ਗੱਡੀ ਬਦਲ ਕੇ ਐਂਬੂਲੈਂਸ ਲਈ, ਮੈਂ ਆਪਦੀ ਗੱਡੀ ਛੱਡ ਕੇ ਗਿਆ, ਆਪਦਾ ਮੋਬਾਈਲ ਛੱਡ ਕੇ ਗਿਆ। ਤੇ 2 ਦਿਨ ਤੱਕ ਅਸੀਂ ਆਪਦਾ ਕਰੋਨਾ ਦਾ ਵੀ ਪਤਾ ਨਾ ਲੱਗ ਜੇ, 2 ਦਿਨ ਤੱਕ ਅਸੀਂ ਕਿਸੇ ਨੂੰ 3 ਦਿਨ ਤੱਕ ਪਤਾ ਨਹੀਂ ਲੱਗਣ ਦਿੰਦੇ। ਇੰਟੈਲੀਜੈਂਸ ਦਾ ਆਪਦਾ ਕੰਮ, ਸਾਡੇ ਨਾਲ ਸਾਨੂੰ ਚੱਕ ਲੈ, ਸਾਨੂੰ ਭੇੜ ਲੈ, ਸਾਡੇ ਨਾਲ ਜੋ ਮਰਜ਼ੀ ਕਰ ਲੈ, ਜ਼ਬਰ ਕਰ ਲੈ, ਇਹ ਇੰਟੈਲੀਜੈਂਸੀ ਦਾ ਕੰਮ ਹੈ। ਦੱਸੇ ਤੁਸੀਂ ਐਵੇਂ ਦੇਖ ਰਹੇ ਹੋ ਵੀ ਇਹ ਸਰਕਾਰ ਅੱਡਾ, ਉਹ ਸਰਕਾਰ ਅੱਡਾ। ਸਰਕਾਰ ਕੋਈ ਅੱਡ ਨਹੀਂ। ਜ਼ਬਰ ਕਰਨ ਦੇ ਮੁੱਦੇ ਤੇ, ਦੁਸ਼ਮਣ ਦੇ ਮੁੱਦੇ ਤੇ ਇਹਨਾਂ ਦੀ ਸਾਰਿਆਂ ਦੀ ਸਾਂਝ ਹੈ। ਇੱਕੋ ਜਿਹਾ ਤੋਲਦੇ ਨੇ, ਇੱਕੋ ਜਿਹਾ ਕਰਦੇ ਨੇ, ਕਿਸੇ ਕਿਤੇ ਕੋਈ ਘੱਟ ਨਹੀਂ ਕਿਸੇ ਨੂੰ। ਉਗਰਾਹਾਂ ਸਾਹਿਬ, ਜਾਨੀ ਲੋਕ ਵੀ ਕਿਤੇ ਨਾ ਕਿਤੇ ਹੁਣ ਇਹ ਸਮਝਦੇ ਨੇ ਕਿ ਜਿਹੜੀ ਗੱਲਬਾਤ ਟੁੱਟੀ ਹੋਈ ਆ, ਇਹਨੂੰ ਕਿਸ ਐਂਗਲ ਤੋਂ ਦੇਖਿਆ ਜਾਵੇ? ਕਿਉਂਕਿ ਤੁਸੀਂ ਲੀਡਰ ਹੋ, ਤੁਹਾਨੂੰ ਇਹ ਗੱਲਾਂ ਸਮਝ ਆਉਂਦੀਆਂ ਕਿ ਇਹ ਕਦਮ ਜ਼ਰੂਰੀ ਹੁੰਦੇ ਆ ਜਾਂ ਇਹ ਚੀਜ਼ਾਂ ਹੋ ਸਕਦੀਆਂ, ਪਰ ਆਮ ਲੋਕ ਇਹਨਾਂ ਗੱਲਾਂ ਨੂੰ ਕਿਵੇਂ ਸਮਝਣ? ਜਿਹੜੇ ਲੋਕ ਟਰਾਲੀਆਂ 'ਚ ਬੈਠੇ ਨੇ, ਤੁਹਾਡੇ ਤੋਂ ਵੱਡੀਆਂ ਉਮੀਦਾਂ ਰੱਖਦੇ ਆ। ਕਿਤੇ ਨਾ ਕਿਤੇ ਜਦੋਂ ਤੁਸੀਂ ਮੀਟਿੰਗਾਂ ਦੇ ਲਈ ਨਿਕਲਦੇ ਹੋ, ਸੱਦਾ ਆਉਂਦਾ ਹੈ ਅਫੀਸ਼ੀਅਲ ਤੌਰ ਤੇ ਲੋਕਾਂ ਨੂੰ ਬੜੀ ਉਮੀਦ ਹੁੰਦੀ ਆ। ਉਗਰਾਹਾਂ ਜਥੇਬੰਦੀ ਨੂੰ ਤੁਹਾਡੇ ਤੋਂ ਬੜੀ ਉਮੀਦ ਹੈ, ਇਸੇ ਤਰ੍ਹਾਂ ਦੇ ਨਾਲ ਬਾਕੀਆਂ ਤੇ ਵੀ ਉਮੀਦ ਹੁੰਦੀ ਹੈ। ਫਿਰ ਹੁਣ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਇਹ ਚੀਜ਼ਾਂ ਜ਼ਰੂਰੀ ਨੇ ਸਾਡੇ ਬੈਨੀਫਿਟ ਦੇ ਵਿੱਚ? ਦੇਖੋ, ਲੋਕਾਂ ਨੂੰ ਅਸੀਂ ਦੱਸ ਕੇ ਲਿਆਂਦਾ, ਗੱਲ ਕਰਕੇ ਲਿਆਂਦਾ। ਅਸੀਂ ਜਦੋਂ ਇਹ ਅੰਦੋਲਨ ਛੇੜਿਆ, ਅਸੀਂ ਵੱਡੀਆਂ ਮੀਟਿੰਗਾਂ ਕੀਤੀਆਂ ਨੇ। ਪਹਿਲਾਂ ਅਸੀਂ ਦੱਸਿਆ ਵੀ ਇਹ ਵੱਡੀ ਲੜਾਈ, ਪੜਾਵਾਂ ਦੀ ਲੜਾਈ ਹੈ। ਦਿੱਲੀ ਜਾ ਕੇ ਇਹ ਲੜਾਈ ਮੁੱਕਣੀ ਨਹੀਂ, ਦਿੱਲੀ ਦੀ ਲੜਾਈ ਮੁੱਕਣੀ। ਸਾਡਾ ਪਹਿਲਾਂ ਇਹ ਸੀ ਵੀ ਇਹ ਪੜਾਅ ਹੈ, ਪੰਜਾਬ ਇੱਕ ਪੜਾਅ ਹੈ, ਦਿੱਲੀ ਇੱਕ ਪੜਾਅ ਹੈ। ਇਸ ਤੋਂ ਬਾਅਦ ਅਗਲਾ ਪੜਾਅ ਕੋਈ ਤੈਅ ਹੋ ਸਕਦਾ, ਪਰ ਇਹ ਪੜਾਅ ਤੇ ਆ ਕੇ ਜਦੋਂ ਇਸ ਗੱਲ ਫਸ ਗਈ, ਅੜ ਗਈ, ਕਿਉਂਕਿ ਜਥੇਬੰਦੀਆਂ ਬਹੁਤ ਨੇ। ਇੱਕ ਜਥੇਬੰਦੀ ਦਾ ਪ੍ਰੋਗਰਾਮ ਤਾਂ ਹੁੰਦਾ, ਫਿਰ ਤਾਂ ਇਹ ਪੜਾਵਾਂ ਦੇ ਵਿੱਚ ਤੈਅ ਹੋ ਜਾਂਦਾ। ਇਹ ਜਥੇਬੰਦੀਆਂ ਪੰਜਾਬ ਦੀਆਂ ਆ ਗਈਆਂ, ਹਿੰਦੁਸਤਾਨ ਦੀਆਂ ਆ ਗਈਆਂ। ਹੁਣ ਇਹ ਲੜਾਈ ਨਹੀਂ ਹਿੰਦੁਸਤਾਨ ਦੀ ਨਹੀਂ ਰਹੀ, ਹੁਣ ਤਾਂ ਕੌਮਾਂਤਰੀ ਬਣ ਗਈ। ਹੁਣ ਤਾਂ ਦੁਨੀਆ ਦੇ ਦੇਸ਼ ਇਨਵੋਲਵ ਹੋ ਗਏ, ਦੁਨੀਆ ਇਨਵੋਲਵ ਹੋ ਗਈ। ਕੈਨੇਡਾ ਇਨਵੋਲਵ ਹੋ ਗਿਆ, UK ਇਨਵੋਲਵ ਹੋ ਗਿਆ, ਅਮਰੀਕਾ ਇਨਵੋਲਵ ਹੋ ਗਿਆ। ਇਹ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਗੱਲਾਂ ਚੱਲ ਪਈਆਂ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ, ਵੱਡਾ ਅੰਦੋਲਨ ਬਣ ਗਿਆ। ਇਸ ਕਰਕੇ ਇੱਕ ਜਥੇਬੰਦੀ ਦੀ ਬਸ ਦੀ ਗੱਲ ਨਹੀਂ ਹੈ। ਇਸ ਕਰਕੇ ਸਾਡੇ ਕੇਡਰ ਨੂੰ ਤਾਂ ਅਸੀਂ ਦੱਸਿਆ ਹੋਇਆ ਵੀ ਇਹ ਲੜਾਈ ਜਿੱਡੀ ਵੱਡੀ ਹੈ, ਇਹਨੇ ਕਾਰਪੋਰੇਟ ਸੈਕਟਰ
ਤੇ ਮੋਦੀ ਸਰਕਾਰ ਨੂੰ ਇੱਕ ਕਟਹਿਰੇ ਦੇ ਵਿੱਚ, ਇੱਕ ਲਾਈਨ ਦੇ ਵਿੱਚ ਖੜਾ ਕਰਤਾ, ਲੋਕਾਂ ਦੇ ਸਾਹਮਣੇ ਨੰਗਾ ਕਰਤਾ। ਅਸੀਂ ਬਹੁਤ ਕੁਝ ਹਾਸਲ ਕਰ, ਅਸੀਂ ਜਿਹੜੀ ਸਾਂਝ ਹਰਿਆਣੇ ਦੇ ਲੋਕਾਂ ਨਾਲ ਬਣਾਈ ਹੈ, ਤੁਸੀਂ ਇੱਥੇ ਬੈਠੇ ਹੋ ਹਰਿਆਣੇ ਦੇ ਲੋਕਾਂ ਨੂੰ ਦੇਖਿਆ ਹੋਣਾ, ਅਸੀਂ ਯੂਪੀ ਦੇ ਲੋਕਾਂ ਨਾਲ ਸਾਂਝ ਬਣਾਈ, ਅਸੀਂ ਰਾਜਸਥਾਨ ਦੇ ਲੋਕਾਂ ਨਾਲ ਸਾਂਝ ਬਣਾਈ ਹੈ। ਅਸੀਂ ਦੁਨੀਆ ਦੇ ਵਿੱਚ ਨੰਗਾ ਕੀਤਾ ਮੋਦੀ ਹਕੂਮਤ ਨੂੰ ਵੀ ਆਹ ਹੈ ਭਾਈ ਮੋਦੀ ਹਕੂਮਤ। ਮੋਦੀ ਦਾ ਸਾਹ ਬੰਦ ਕੀਤਾ, ਪੋਲੀਟੀਕਲ ਨੁਕਸਾਨ ਕੀਤਾ। ਜਿਹੜਾ ਲਲਕਰੇ ਮਾਰਦਾ ਫਿਰਦਾ ਸੀ, ਜਿਹਦੇ ਚੈਲੰਜ ਨਹੀਂ ਕੋਈ ਕਰ ਸਕਦਾ, ਜਿਹਦੀ ਕੋਈ ਬਾਹ ਨਹੀਂ ਫੜਦਾ ਸੀ, ਲਲਕਾਰਾ ਮਾਰ ਕੇ ਬਾਹ ਫੜਿਆ ਮੋਰਚੇ ਦੇ ਵਿੱਚ ਤੇ ਦੁਨੀਆ ਦੇ ਸਾਹਮਣੇ ਮੁੱਦਾ ਕਰਕੇ ਸਿੱਟਿਆ ਪਿਆ ਮੋਦੀ ਸਾਹਿਬ। ਬੇਸ਼ੱਕ ਉਹਦੀ ਹਾਰ ਮੰਨਦਾ ਨਹੀਂ ਅੱਜ ਉਹ, ਪਰ ਉਹਦੀ ਇੱਕ ਹਾਰ ਪੋਲੀਟੀਕਲ ਤੌਰ ਤੇ ਇੱਕ ਹਾਰ ਹੋ ਚੁੱਕੀ ਹੈ। ਅਸੀਂ ਮੋਰਚਾ ਜਿੱਤ ਚੁੱਕੇ ਹਾਂ, ਸਰਟੀਫਿਕੇਟ ਲੈਣਾ ਜੀ। ਸਰ, ਦੀਪ ਸਿੱਧੂ ਦੀ ਵੀ ਜ਼ਮਾਨਤ ਹੋਣੀ ਹੈ, 12 ਤਰੀਕ ਪਈ ਹੈ, ਦੀਪ ਸਿੱਧੂ ਦੀ ਜ਼ਮਾਨਤ ਵੀ ਹੋਣੀ ਹੈ। ਹਾਲਾਂਕਿ ਭਵਿੱਖ ਦੀ ਬੁੱਕਲ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ, ਪਰ ਕਿਆਸ ਜ਼ਰੂਰ ਲਾਏ ਜਾ ਰਹੇ ਆ ਕਿ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਸਕਦੀ ਹੈ। ਫਿਰ ਉਸ ਤੋਂ ਬਾਅਦ ਦੀਪ ਸਿੱਧੂ ਨੂੰ ਲੋਕ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੱਖੇ ਦੀ ਡਿਮਾਂਡ ਉੱਠ ਰਹੀ ਸੀ ਕਿ ਜਥੇਬੰਦੀਆਂ ਦੇ ਨਾਲ ਮਿਲਣਾ ਚਾਹੀਦਾ ਹੈ ਜਾਂ ਅੰਦੋਲਨ ਦਾ ਹਿੱਸਾ ਰਹਿਣਾ ਚਾਹੀਦਾ ਹੈ, ਉਸੇ ਤਰ੍ਹਾਂ ਦੇ ਨਾਲ ਦੀਪ ਵੀ ਰਹਿਣਾ ਚਾਹੀਦਾ। ਕੁਝ ਡਿਮਾਂਡ ਤਾਂ ਇਸ ਤਰ੍ਹਾਂ ਦੀ ਵੀ ਸੋਸ਼ਲ ਮੀਡੀਆ ਤੇ ਵੀ ਐਸੇ ਲੋਕ ਜਿਹੜੇ ਨੇ ਉਹ ਅੱਗੇ ਆ ਕੇ ਇਹ ਗੱਲਾਂ ਕਹਿ ਰਹੇ। ਮੈਂ ਤੁਹਾਡੇ ਸਟੈਂਡ ਦੀ ਗੱਲ ਕਰਦਾ, ਤੁਸੀਂ ਤੁਹਾਡਾ ਇਸ ਤੇ ਕੀ ਸਟੈਂਡ ਹੈ? ਦੇਖੋ ਜਿਹਦੇ ਕੋਲੇ ਆਪਦੇ ਝੋਲੀ 'ਚ ਦਾਣੇ ਨੇ ਉਹਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ। ਜੇ ਸਾਨੂੰ ਕਹੇ ਵੀ ਅਸੀਂ ਸੰਯੁਕਤ ਮੋਰਚੇ ਤੋਂ ਆਗਿਆ ਮੰਗ ਕੇ ਕੋਈ ਪ੍ਰੋਗਰਾਮ ਕਰੀਏ, ਫੇਰ ਹੀ ਅਸੀਂ ਪ੍ਰੋਗਰਾਮ ਕਰਦੇ ਹਾਂ। ਜੇ ਸਾਨੂੰ ਸੰਯੁਕਤ ਮੋਰਚਾ ਐਂਟਰ ਹੋਣ ਦੀ ਆਗਿਆ ਦਿੰਦਾ, ਸਾਨੂੰ ਇਹੋ ਜਿਹਾ ਲਾਇਸੈਂਸ ਲੈਣ ਦੀ ਲੋੜ। ਸਾਡੇ ਕੋਲੇ ਤਾਕਤ ਹੈ, ਅਸੀਂ ਆਪਦੀ ਤਾਕਤ ਇਕੱਠੀ ਕਰਦੇ ਹਾਂ, ਅਸੀਂ ਮੋਰਚਾ ਮੱਲ ਕੇ ਬੈਠਦੇ ਹਾਂ। ਇੱਕ ਮੋਰਚੇ ਤੇ ਸਾਨੂੰ ਬੈਠਾ, ਸਾਡੇ ਕੋਲੇ ਲੋਕ ਆਪੇ ਆ ਜਾਣਗੇ। ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਅਸੀਂ ਕਿੱਥੇ ਆਉਣਾ, ਕੀ ਹੈ, ਸਾਨੂੰ ਐਂਟਰ ਹੋਣ ਦੇਣਾ ਕਿ ਨਹੀਂ ਹੋਣ ਦੇਣਾ। ਜਿਨ੍ਹਾਂ ਦੇ ਕੋਲੇ ਤਾਕਤ ਹੈ, ਜੇ ਉਹਨਾਂ ਕੋਲੇ ਤਾਕਤ ਹੈ, ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਕੀ ਲੋੜ ਹੈ, ਕਿਸੇ ਤੋਂ ਆਗਿਆ ਲੈਣ ਦੀ ਕੀ ਲੋੜ ਹੈ? ਉਹਨਾਂ ਦੇ ਮਗਰ ਨੌਜਵਾਨ ਹੈ, ਉਹਨਾਂ ਦੇ ਮਗਰ ਯੂਥ ਹੈ, ਜਾਨੀ ਉਹਨਾਂ ਨੂੰ ਆਪ ਮੁਹਾਰੇ ਆ ਜਾਣਾ ਚਾਹੀਦਾ। ਉਹਨਾਂ ਨੂੰ ਆਉਣ ਨਾ ਆਉਣ ਉਹਨਾਂ ਦੀ ਮਰਜ਼ੀ, ਉਹ ਕੀ ਕਰਨਾ ਚਾਹੁੰਦੇ ਨੇ, ਉਹਨਾਂ ਦੇ ਕੀ ਮੰਗ, ਉਹਨਾਂ ਦੀ ਕੀ ਡਿਮਾਂਡ ਹੈ, ਕਿਹੜੀਆਂ ਮੰਗਾਂ ਤੇ ਲੜਨਾ ਚਾਹੁੰਦੇ ਆ। ਉਹ ਕਿਸੇ ਦਾ ਲਾਇਸੈਂਸ ਦੀ ਉਮੀਦ ਕਰਨ ਕਿ ਮੈਨੂੰ ਕੋਈ ਆਗਿਆ ਦਿੰਦਾ ਆਉਣ ਦੀ ਕਿ ਨਹੀਂ, ਇਹ ਲਾਇਸੈਂਸ ਲੈਣ ਦੀ ਲੋੜ ਨਹੀਂ ਹੁੰਦੀ। ਅਸੀਂ, ਸਾਡੇ ਵਾਸਤੇ ਫੀਲਡ ਖੁੱਲ੍ਹਾ ਪਿਆ, ਮੈਦਾਨ ਖੁੱਲ੍ਹਾ ਪਿਆ। ਅਸੀਂ ਆਏ ਹਾਂ, ਅਸੀਂ 26 ਤਰੀਕ ਨੂੰ ਨਹੀਂ ਆਏ, ਅਸੀਂ 27 ਨੂੰ ਤੁਰੇ ਹਾਂ, ਬਾਕੀ 26 ਨੂੰ ਆ ਗਏ। ਸਾਨੂੰ ਲੋਕਾਂ ਨੇ ਗੱਡੀਆਂ ਗਾਲਾਂ ਕੱਢੀਆਂ। ਮੈਂ ਅਬੋਰ ਬੋਲਤਾ ਵੀ ਸਾਡੇ ਪੰਡਾਲ ਦੇ ਵਿੱਚੋਂ ਜੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਸ਼ਾਇਦ ਅਸੀਂ ਨਾ ਹੁੰਦੇ। ਇੱਕ ਬੰਦਾ ਕਮੈਂਟ ਪਾਉਂਦਾ ਕਿ ਹੁਣ ਤੂੰ ਡਰ ਗਿਆ ਕਿਉਂਕਿ ਦੀਪ ਸਿੱਧੂ ਦੀ ਜ਼ਮਾਨਤ ਹੋ ਗਈ। ਉਹਦੇ ਕੋਲੇ ਬੰਬ ਹੈ ਦੀਪ ਸਿੱਧੂ ਕੋਲੇ, ਜਿਹੜਾ ਆਉਂਦੇ ਸਾਰ ਉਗਰਾਹਾਂ ਦੇ ਸਿਰ 'ਚ ਮਾਰੂਗਾ। ਇਹੋ ਜਿਹੇ ਲੋਕਾਂ ਨੇ ਜਿਹੜੇ ਕਮੈਂਟਰ ਨੇ ਇਹਨਾਂ ਦੇ, ਉਹਨਾਂ ਨੇ ਇਹ ਦੁਨੀਆ ਦੀ ਲਹਿਰ ਨੂੰ ਨੇੜੇ ਨਹੀਂ ਲੱਗਣ ਦਿੰਦੇ। ਗਾਲਾਂ ਕੱਢਦੇ ਨੇ ਲੀਡਰਾਂ ਨੂੰ, ਜ਼ਬਰਦਸਤੀ ਮੇਰੇ ਲੱਖੇ ਸੜਾਣੇ ਨਾਲ ਅਸੀਂ ਜ਼ਬਰਦਸਤੀ ਜੋੜਦੇ ਨੇ ਗਾਲਾਂ ਕੱਢ ਕੇ। ਆ ਜਿਹੜੀਆਂ ਗੱਲਾਂ ਚੱਲਦੀਆਂ, ਸਾਡਾ ਨਹੀਂ ਕੋਈ ਫਰਕ। ਮੈਨੂੰ ਲੱਖੇ ਨਾਲ ਕਦੇ ਮੈਨੂੰ ਅੱਜ ਤੱਕ ਲੱਖੇ ਨੇ ਕਦੇ ਗਲਤ ਨਹੀਂ ਕਿਹਾ। ਮੇਰੇ ਕੋਲੇ ਆ ਕੇ ਗਿਆ, ਮੇਰੇ ਨਾਲ ਗੱਲ ਕੀਤੀ। ਮੈਂ ਦੀਪ ਸਿੱਧੂ ਦੇ ਮੂੰਹੋਂ ਵੀ ਆਪਦੀ ਕੋਈ ਗੱਲ ਮਾੜੀ ਨਹੀਂ ਸੁਣੀ, ਸਾਡੀ ਨਹੀਂ ਕਦੇ ਆਪਸ ਮਾੜੀ ਹੋਈ। ਪਰ ਜਿਹੜੇ ਸਮਰਥਕ ਨੇ ਉਹ ਕਿਤੇ ਨਾ ਜਿਹੜੇ ਕਮੈਂਟਰ ਕਰਦੇ ਨੇ, ਅਸੀਂ ਅੱਜ ਵੀ ਕਹਿਣਾ ਕਿ ਸਾਡੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ। ਸਾਡੇ ਮੋਰਚੇ ਦੇ ਵਿੱਚ ਦੀਪ ਸਿੱਧੂ, ਸਾਡੇ ਮੋਰਚੇ ਦੇ ਵਿੱਚ ਦਖਸ, ਸਾਡੇ ਮੋਰਚੇ ਦੇ ਵਿੱਚ ਕੋਈ ਹੋਰ ਨਹੀਂ। ਜੇ ਕੋਈ ਗ੍ਰਿਫਤਾਰ ਹੁੰਦਾ ਅਸੀਂ ਮਿਹਣਾ ਮੰਨਦੇ, ਅਸੀਂ ਹਕੀਕਤ ਨੂੰ ਇਹ ਮੰਨਦੇ ਮੂੰਹ ਲਾ ਕੇ। ਅਸੀਂ ਕਿਸੇ ਨੂੰ ਵੀ ਲੀਡਰ ਨੂੰ ਜੇ ਸਾਡੇ ਕੈਂਪ ਦੇ ਵਿੱਚੋਂ ਗ੍ਰਿਫਤਾਰ ਹੁੰਦਾ, ਅਸੀਂ ਗ੍ਰਿਫਤਾਰ ਨਹੀਂ ਹੋਣ ਦਿੰਦੇ। ਸਾਡਾ ਪਹਿਲਾਂ ਵੀ ਸਟੈਂਡ ਸੀ, ਹੁੰਦੀ ਹੈ। ਅਸੀਂ ਕਦੇ ਵੀ ਨਹੀਂ ਅਸੀਂ ਕਿਸੇ, ਇਹ ਨਹੀਂ ਹੈ ਵੀ ਅਸੀਂ ਕੋਈ ਦੀਪ ਸਿੱਧੂ ਨਾਲ ਖਿਸਦਾਣੇ ਦਾ ਸਾਡਾ ਕੋਈ ਹੇਜ ਹੈ, ਸਾਡਾ ਕੋਈ ਵਿਰੋਧ ਵੀ ਨਹੀਂ ਤੇ ਹੇਜ ਵੀ ਨਹੀਂ। ਜਾਣੀ ਦਾਇਰਾ ਵਿਸ਼ਾਲ ਹੈ, ਕੋਈ ਵੀ ਆ ਅਸੀਂ ਘੇਰੇ 'ਚ ਹੈ। ਜ਼ਬਰ ਦਾ ਸਾਡਾ ਪਹਿਲਾਂ ਕਿਹਾ ਵੀ ਜ਼ਬਰ ਕਿਸੇ ਤੇ ਵੀ ਹੁੰਦਾ। ਹੁਣ ਲੱਖੇ ਸਿਧਾਣੇ ਦੇ ਰਿਸ਼ਤੇਦਾਰਾਂ ਤੇ ਜੁਰਮ ਹੋਇਆ, ਉਹਨਾਂ ਦੇ ਜੁਰਮ ਨੂੰ ਜੁਰਮ ਕਹਿਣਾ ਕੋਈ ਲੱਖੇ ਸਿਧਾਰੇ ਦਾ ਮਨ ਜਿੱਤਣ ਦੀ ਗੱਲ ਨਹੀਂ ਹੈ। ਇਹ ਸਾਡੇ ਮਨੁੱਖੀ ਤੌਰ ਤੇ ਗੱਲ ਬਣਦੀ ਹੈ। ਸਾਡੇ ਵਖਰੇਵੇਂ ਆ, ਉਹ ਸਟੈਂਡ ਕਰਦੇ ਆ। ਇਹ ਤੇ ਅਸੀਂ ਕਹਾਂਗੇ ਵੀ ਤੁਸੀਂ ਜੁਰਮ ਕਰ ਰਹੇ ਹੋ, ਗਲਤ ਕਰ ਰਹੇ ਹੋ, ਇਹ ਗਲਤ ਨਹੀਂ ਹੋਣਾ ਚਾਹੀਦਾ ਜੀ। ਤਾਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਨਰਿੰਦਰ ਤੋਮਰ ਹੋਰਾਂ ਦਾ ਵੀ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਪਰ ਅੰਦੋਲਨ ਛੱਡਣਾ ਪਊਗਾ। ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ। ਕੁਝ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਉਗਰਾਹਾਂ ਸਾਹਿਬ ਦੇ ਨਾਲ ਕਰਨੀਆਂ ਬਾਕੀ ਆ, ਪਰ ਸਮਾਂ ਇੱਕ ਵਕਫੇ ਦਾ। ਜਲਦ ਹਾਜ਼ਰ ਹੋਵਾਂਗੇ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਸਟੇਟ ਟਾਕ, ਸਿੱਧੀ ਗੱਲਬਾਤ, ਤੇ ਸਾਡੀ ਗੱਲਬਾਤ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੇ ਨਾਲ ਚੱਲ ਰਹੀ ਹੈ। ਉਗਰਾਹਾਂ ਸਾਹਿਬ, ਨਰਿੰਦਰ ਤੋਮਰ ਹੋਰਾਂ ਦਾ ਜਿਵੇਂ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ KMP ਰੋਡ ਨੂੰ ਬੰਦ ਕੀਤਾ ਤਾਂ ਨਰਿੰਦਰ ਤੋਮਰ ਹੋਰਾਂ ਨੂੰ ਬੋਲਣਾ ਪਿਆ, ਪਰ ਬੋਲੇ ਬੜੇ ਹੋਰ ਲਹਿਜ਼ੇ ਦੇ ਵਿੱਚ ਨੇ। ਕਹਿੰਦੇ ਗੱਲਬਾਤ ਕਰਨ ਦੇ ਲਈ ਤਿਆਰ ਆ, ਪਰ ਤੁਹਾਨੂੰ ਅੰਦੋਲਨ ਛੱਡ ਦੇਣਾ ਚਾਹੀਦਾ, ਜੇ ਛੱਡੋਗੇ ਤਾਂ ਗੱਲ ਕਰਦੇ। ਉਹਨੂੰ ਕਿਹਨੇ ਕਹਤਾ ਹੈ ਵੀ ਤੂੰ ਗੱਲ ਕਰ?
ਅੰਦੋਲਨ ਛੱਡਣ ਦੀ ਤਿਆਰ ਆ। ਅੰਦੋਲਨ ਛੱਡ ਦਿਓ ਫਿਰ ਗੱਲ ਕਰਾਂਗੇ। ਅੰਦੋਲਨ ਚੱਲਦੇ ਗੱਲ ਨਹੀਂ ਹੁੰਦੀ, ਕੰਡੀਸ਼ਨ ਨਾਲ ਗੱਲ ਕਰਨ ਨੂੰ ਤਿਆਰ ਹੈ। ਤੈਨੂੰ ਕਿਹਨੇ ਕਹਿਤਾ ਇਹ ਵੀ ਤੂੰ ਗੱਲ ਕਰ? ਤੈਨੂੰ ਕਦੋਂ ਕਿਹਾ ਸੀ ਗੱਲ ਕਰ? ਜੇ ਜਿਹੜੀਆਂ ਕੰਡੀਸ਼ਨਾਂ ਨੇ, ਇਹ ਸ਼ਰਤਾਂ ਨੇ, ਬਿਆਨ ਦੇਣ ਲੱਗੇ ਘੱਟੋ ਘੱਟ ਸੋਚਤਾ ਲੈ ਕਰ, ਪੁੱਛਤਾ ਲੈ ਤੇਰੇ ਪ੍ਰਭੂਆਂ ਨੂੰ। ਉਹ ਇਹ ਕਹਿੰਦੇ ਨੇ, ਉਹਨਾਂ ਨੇ ਵੀ ਤਾਂ ਪਹਿਲਾਂ ਕਿਹਾ ਵੀ ਅੰਦੋਲਨ ਛੱਡ ਦਿਓ। ਤੂੰ ਪਹਿਲੇ ਦਿਨ ਹੀ ਕਹਿੰਦਾ ਵੀ ਅੰਦੋਲਨ ਛੱਡ ਦਿਓ। ਇਹ ਅੰਦੋਲਨ ਚੱਕਣ ਦੀ ਖਾਤਰ, ਤੇਰੀ ਜ਼ਬਾਨ ਨਾਲ ਕਹੇ ਦੀ ਖਾਤਰ ਇਹ ਅੰਦੋਲਨ ਨਹੀਂ ਚੱਕਿਆ ਜਾਂਦਾ। 350 ਬੰਦਾ ਲੱਗ ਗਿਆ ਇਸ ਅੰਦੋਲਨ 'ਚ, ਜਿਹਨੂੰ ਤੂੰ ਕਹਿਣਾ ਛੱਡ ਦਿਓ। ਸੈਂਕੜੇ ਮਾਮਾ ਦੇ ਘਰ ਸੁੰਨੇ ਹੋ ਗਏ, ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਗਈਆਂ ਨੇ ਘਰਾਂ 'ਚ ਮੁੜ ਕੇ। ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਘਰਾਂ 'ਚ? ਤੂੰ ਕਹਿਣਾ ਸੌਖਾ ਤੈਨੂੰ ਵੀ ਅੰਦੋਲਨ ਛੱਡ ਦਿਓ। ਪੰਜਾਬ ਵੱਲ ਮੂੰਹ ਕਰਕੇ ਦਾ ਜਵਾਬ ਦੇਵਾਂਗਾ ਪੰਜਾਬ ਨੂੰ? ਲਾਸ਼ਾਂ ਲੈ ਕੇ ਆ ਗਏ, ਕੁਛ ਨਹੀਂ ਮੰਨੇ, ਛੇਤਰ ਖਾਣੇ ਲੋਕਾਂ ਦੇ ਅਸੀਂ। ਇਸ ਕਰਕੇ ਥੋੜਾ ਜਿਹਾ ਬਿਆਨ ਸੋਚ ਕੇ ਦਿਆ ਕਰੋ, ਇਹ ਠੀਕ ਬਿਆਨ ਨਹੀਂ ਹੈ। ਉਗਰਾਹਾਂ ਸਾਹਿਬ ਭਾਵੁਕ ਹੋਏ ਨੇ, ਔਰ ਸੱਚੀਆਂ ਗੱਲਾਂ ਭਾਵੁਕ ਬੰਦੇ ਦੇ ਮਨ ਚੋਂ ਨਿਕਲਦੀਆਂ ਹੁੰਦੀਆਂ। ਵਾਕਿਆ ਹੀ ਇਸ ਅੰਦੋਲਨ ਦੇ ਵਿੱਚ ਕਈ ਮਾਵਾਂ ਦੇ ਪੁੱਤ ਇਸ ਜਹਾਨੋਂ ਤੁਰ ਗਏ, ਕਈ ਸੁਹਾਗਣਾਂ ਦੇ ਪਤੀ ਤੁਰ ਗਏ, ਕਈ ਛੋਟੇ ਛੋਟੇ ਬੱਚਿਆਂ ਦੇ ਬਾਪ ਤੁਰ ਗਏ। ਜਾਨੀ ਗਿਣਤੀ ਹੁਣ 350 ਦੇ ਕਰੀਬ ਹੋ ਗਈ ਹੈ। ਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਿਆਨ ਕੇਂਦਰੀ ਮੰਤਰੀਆਂ ਦੇ ਵੱਲੋਂ ਲਗਾਤਾਰ ਆਉਂਦੇ ਰਹੇ ਕਿ ਅਸੀਂ ਤਾਂ ਜ਼ਿੰਮੇਵਾਰੀ ਨਹੀਂ ਲੈਂਦੇ, ਜ਼ਿੰਮੇਵਾਰ ਤਾਂ ਫਿਰ ਇਹ ਜਿਹੜੇ ਆਗੂ ਨੇ ਉਹੀ ਆ। ਇੱਕ ਤਾਂ ਮੰਤਰੀ ਦਾ ਬਿਆਨ ਕੁਝ ਇਸ ਤਰ੍ਹਾਂ ਦਾ ਵੀ ਆਇਆ ਸੀ ਕਿ ਜੇਕਰ ਉਹ ਘਰ ਹੁੰਦੇ, ਘਰ ਕਿਹੜਾ ਉਹਨਾਂ ਦੀ ਜਾਨ ਨਾ ਜਾਂਦੀ। ਜਾਨੀ ਅੰਦੋਲਨ ਦੇ ਨਾਲ ਸਿੰਪਥੀ ਜਾਂ ਫਿਰ ਅੰਦੋਲਨ ਦੇ ਨਾਲ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੁਝ ਲੈਣ ਦੇਣ ਜਾਨੀ ਨਜ਼ਰ ਨਹੀਂ ਆਉਂਦਾ। ਉਗਰਾਹਾਂ ਸਾਹਿਬ ਕਿਵੇਂ ਇਸ ਗੱਲ ਨੂੰ ਹੁਣ ਕਿਵੇਂ ਸਮਝੀਏ? ਕਿਉਂਕਿ ਉਹਨਾਂ ਤੇ ਕੋਈ ਇਸ ਗੱਲ ਦਾ ਅਸਰ ਨਹੀਂ ਹੈਗਾ, ਜਾਨੀ ਉਹ ਸਮਝਣ ਨੂੰ ਹੀ, ਮੰਨਣ ਨੂੰ ਹੀ ਤਿਆਰ ਨਹੀਂ ਕਿ ਇਹ ਇਨਸਾਨ ਬੈਠੇ ਆ। ਅਸਲ ਵਾਲੀ ਉਹ ਮੰਨਣ ਵਾਲੀ ਚੀਜ਼ ਹੀ ਨਹੀਂ ਕਿ ਮੈਂ, ਮੇਰੇ ਯਾਦ ਨਹੀਂ, ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਆਇਆ ਪਿੱਛੇ ਵੇ, ਜਿਹੜੇ ਫੌਜਾਂ 'ਚ ਮਰਦੇ ਆ, ਉਹ ਕਹਿੰਦੇ ਵੀ ਤਾਂ ਰੱਖੇ ਹੀ ਮਰਨ ਵਾਸਤੇ ਹੈ। ਹਾਂ ਬਿਲਕੁਲ, ਇਹੀ ਬਿਆਨ ਸੀ। ਇਹ ਬਿਆਨ ਮੈਂ ਪੜਿਆ ਵੀ ਪੈਸੇ ਕਾਹਦੇ ਦਿੰਦੇ ਆ ਅਸੀਂ ਉਹਨਾਂ ਨੂੰ? ਉਹ ਪੈਸੇ ਤਾਂ ਅਸੀਂ ਦਿੰਦੇ ਇਸ ਕਰਕੇ ਆ ਵੀ ਉਹ ਮਰਨ ਵਾਸਤੇ ਰੱਖਿਆ ਉਹਨਾਂ ਨੂੰ। ਹੁਣ ਜਿਨ੍ਹਾਂ ਨੂੰ ਮਰਨ ਵਾਸਤੇ ਰੱਖਿਆ, ਜਿਨ੍ਹਾਂ ਨੂੰ ਮਰਨ ਵਾਸਤੇ ਪੈਸੇ ਦਿੰਦੇ ਆ, ਉਹ ਮਾਵਾਂ ਦੇ ਪੁੱਤ ਹੈ ਕਿਹਦੇ? ਆਪਣੇ ਹੀ ਹੈ ਨਾ। ਉਹਨਾਂ ਨੂੰ ਇਹ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ। ਉਹਨਾਂ ਦੀਆਂ ਲਾਸ਼ਾਂ ਲਿਪਟ ਕੇ ਆਉਂਦੀਆਂ ਨੇ ਤਿਰੰਗੇ 'ਚ, ਤੇ ਬਿਆਨ ਦਿੰਦੇ ਨੇ ਵੀ ਪੈਸੇ ਦਿੰਨੇ ਆ ਭਾਈ, ਮਰਨ ਵਾਸਤੇ ਰੱਖਿਆ ਸਾਨੂੰ। ਕਿਵੇਂ ਸਮਝੀਏ ਭਾਈ ਇਹਨੂੰ ਸਾਡੀ ਸਰਕਾਰ? ਅਸੀਂ ਜਿਹੜੀ ਐਂ ਕਹਿੰਦੀ ਹੈ ਵੀ ਤੁਹਾਡੇ ਮੁੰਡੇ ਹੀ ਅਸੀਂ ਇਸ ਗੱਲ ਵਾਸਤੇ ਰੱਖੇ ਨੇ ਵੀ ਇਹਨਾਂ ਨੂੰ ਪੈਸੇ ਇਸ ਗੱਲ ਦੇ ਮਿਲਦੇ ਨੇ ਵੀ ਇਹਨਾਂ ਨੇ ਮਰਨਾ ਹੀ ਹੁੰਦਾ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਬੱਚਿਆਂ ਵਾਲੇ ਬੈਠੇ ਹੋ, ਤੁਸੀਂ ਆਪਦੇ ਜਿਹੜੇ ਬੱਚੇ ਭੇਜਦੇ ਹੋ, ਫੌਜ 'ਚ ਭਰਤੀ ਕਰਦੇ ਹੋ, ਤੁਸੀਂ ਇਹ ਸੁੱਖਣਾ ਸੁੱਖ ਕੇ ਭੇਜਦੇ ਵੀ ਮੌਤ ਦੀ ਲਾਸ਼ ਹੀ ਆਵੇ? ਕਿਸ ਤਰ੍ਹਾਂ ਦੀ ਮਨੁੱਖਤਾ ਨਾਲ ਰਿਸ਼ਤਾ ਇਹਨਾਂ ਦਾ? ਕਿਸ ਤਰ੍ਹਾਂ ਦੀ ਆਸ ਕਰੋਗੇ ਤੁਸੀਂ ਇਹਨਾਂ ਤੋਂ? ਕੋਈ ਦੁਸ਼ਮਣ ਵੀ ਨਹੀਂ ਇਹ ਸ਼ਬਦ ਕਹਿੰਦਾ ਜਿਹੜੇ ਸ਼ਬਦ ਇਹਨਾਂ ਦੇ ਕਹੇ, ਦੁਸ਼ਮਣ ਵੀ। ਤਾਂ ਕੋਈ ਇਹਨਾਂ ਦੇ ਬਿਆਨਾਂ ਨੂੰ ਪੁੱਛਣ ਵਾਲੇ ਨਹੀਂ ਵੀ ਤੂੰ ਆ ਬੋਲਿਆ ਕਿਉਂ? ਫਿਰ ਲੋਕਤੰਤਰ ਦੇ ਵਿੱਚ ਚੁਣੀ ਹੋਈ ਸਰਕਾਰ ਦੇ ਵੱਲੋਂ ਅਜਿਹੇ ਬਿਆਨ ਆਉਣੇ, ਕਿਉਂਕਿ ਅਸੀਂ ਵੋਟਾਂ ਪਾਈਆਂ ਨੇ, ਵੋਟਾਂ ਪਾ ਕੇ ਉਹ ਇਹੀ ਗੱਲ ਕਹਿੰਦੇ ਨੇ ਕਿ ਸਾਡੇ ਕੋਲ 303 ਹੈ, ਇਸ ਕਰਕੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ, ਸਾਡੇ ਕੋਲੇ ਤਾਕਤਾਂ ਹੈ। ਜੇ ਕਿਸੇ ਕੋਲੇ ਤਾਕਤ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਮੂੰਹ ਆਈ ਗੱਲ ਬੋਲੇ। ਜੁੱਤੇ ਮਾਰ ਕੇ ਭਜਾ ਦਿਓ ਕਿਸਾਨਾਂ ਨੂੰ, ਸਾਨੂੰ ਛੁੱਟੀ ਦਿਓ, ਜੁੱਤੇ ਮਾਰ ਕੇ ਭਜਾ ਦਾਂਗੇ। ਸਾਡੇ ਕੋਲੇ ਇੰਨੀ ਤਾਕਤ, ਅਸੀਂ ਕਦੇ ਕਿਹਾ ਨਹੀਂ ਵੀ ਅਸੀਂ ਜੁੱਤੇ ਮਾਰ ਕੇ ਭਜਾ ਦਾਂਗੇ। ਜੁੱਤੇ ਮਾਰ ਕੇ ਭਜਾ ਦੋਗੇ ਤੁਸੀਂ ਇਹਨੂੰ? ਇਹ ਤਾਕਤ ਤੁਹਾਡੀ ਹੈ ਜ਼ਰੂਰਤ? ਅਸੀਂ ਇਹ ਰਸਤਾ ਫੜਨਾ ਨਹੀਂ, ਕਿਉਂਕਿ ਸਾਡਾ ਇਹ ਰਾਹ ਨਹੀਂ ਹੈ, ਸਾਡਾ ਇਹ ਅੰਦੋਲਨ ਨਹੀਂ ਹੈ। ਅਸੀਂ ਇਖਲਾਕੀ ਤੌਰ ਤੇ ਮਨੁੱਖਤਾ ਦੀ ਕਦਰ ਕਰਦੇ ਹਾਂ, ਮਾਰ ਧਾੜ 'ਚ ਵਿਸ਼ਵਾਸ ਨਹੀਂ ਕਰਦੇ। ਘੱਟੋ ਘੱਟ ਸਾਡੀ ਕ੍ਰੈਡੀਬਿਲਿਟੀ ਕੀ ਹੈ, ਸਾਡੀ ਕੁਆਲਿਟੀ ਕੀ ਹੈ, ਸਾਡਾ ਸਟੇਟਸ ਕੀ ਹੈ, ਇਹਨੂੰ ਦੇਖ ਲਓ। ਅਸੀਂ ਕਦੇ ਵੀ ਸ਼ਬਦ ਇਹੋ ਜਿਹੇ ਨਹੀਂ ਬੋਲੇ ਕਿ ਜੁੱਤੇ ਮਾਰ ਕੇ ਭਜਾ ਦਾਂਗੇ।
ਤੁਸੀਂ ਤੁਹਾਡੇ ਮੋਦੀ ਦਾ ਦੇਖ ਲਓ ਕੀ ਹਾਲ ਹੈ। ਅਸੀਂ ਨੇ ਨਹੀਂ ਕੀਤਾ। ਛੇਤਰਾਂ ਦੇ ਹਾਰ ਪਾ ਰਹੇ ਨੇ ਲੋਕ, ਛੇਤਰਾਂ ਦੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਰੋਧੀ ਮੁਜ਼ਾਹਰੇ ਹੋ ਰਹੇ ਨੇ। ਬੰਗਲਾਦੇਸ਼ ਦੇ ਦੌਰੇ ਤੇ ਗਿਆ ਸੀ, ਲਾਸ਼ਾਂ ਮੁੰਡੀਆਂ ਨੇ ਉੱਥੋਂ, ਲਾਸ਼ਾਂ। ਮੂੰਹ ਨਹੀਂ ਕਰਦਾ ਦੂਜੇ ਦੇਸ਼ ਵੱਲ। ਤੁਹਾਡੀਆਂ ਬਿਆਨਬਾਜ਼ੀਆਂ ਨੇ, ਤੁਹਾਡੀਆਂ ਕਾਲੀਆਂ ਕਰਤੂਤਾਂ ਨੇ, ਤੁਹਾਡੇ ਆਹ ਕਾਲੇ ਮੂੰਹਾਂ ਨੇ ਜਿਹੜੇ ਇਹ ਕਹਿੰਦੇ ਹੋ ਵੀ ਪੈਸੇ ਮਰਨ ਵਾਸਤੇ ਦਿੰਦੇ ਹਾਂ ਅਸੀਂ। ਉਹ ਕਿਸੇ ਦੇ ਬੱਚੇ ਨੇ, ਦੁੱਧਾਂ ਨਾਲ ਪਾਲੇ ਹੋਏ ਨੇ। ਜੇ ਤੁਹਾਡੇ ਕੋਲੇ ਰੁਜ਼ਗਾਰ ਨਹੀਂ, ਤੁਹਾਡੇ ਰੁਜ਼ਗਾਰ ਨੂੰ ਲਿਆ ਉਹਨਾਂ ਨੇ। ਬੱਚੇ ਪਾਲਣ ਦੀ ਖਾਤਰ ਗਏ ਨੇ, ਮੌਤ ਦੀ ਖਾਤਰ ਨਹੀਂ ਗਏ। ਸੰਭਲ ਕੇ ਬੋਲਿਆ ਕਰੋ, ਹੋਸ਼ ਕਰੋ। ਹਾਕਮੋਂ ਹਾਕਮ ਬਹੁਤ ਆਏ ਨੇ। ਇਹ ਰਸਤਾ ਚੈਲੰਜ ਕਰ ਦਿੰਦਾ, ਕਿਤੇ ਨਾ ਕਿਤੇ ਧੋਖਾ ਖਾਓਗੇ। ਬਹੁਤ ਮਾੜੀ ਗੱਲ ਹੈ। ਉਗਰਾਹਾਂ ਸਾਹਿਬ 2 ਮਈ ਨੂੰ ਰਿਜ਼ਲਟ ਆਉਣੇ ਨੇ, 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਏ ਨੇ। ਯਾਨੀ ਕਿਤੇ ਨਾ ਕਿਤੇ ਇਹ ਵੀ ਸਮਝਿਆ ਜਾ ਸਕਦਾ ਇਸ ਗੱਲ ਨੂੰ ਕਿ ਭਾਜਪਾ ਸਰਕਾਰ ਉਸ ਜੋੜ ਤੋੜ ਨੂੰ ਵੀ ਕਿਤੇ ਨਾ ਕਿਤੇ ਦੇਖ ਰਹੀ ਹੈ ਕਿ ਆਪਣੇ ਪਰ ਤੋਲਣ ਦੀ ਕੋਸ਼ਿਸ਼ ਕਿ ਠੀਕ ਹੈ, ਕਿਸਾਨਾਂ ਨੇ ਜਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਇਲੈਕਸ਼ਨ ਹੋਣੇ ਸੀ ਉੱਥੇ ਜਾ ਕੇ ਕੰਪੇਨਿੰਗ ਕੀਤੀ ਹੈ। ਲੋਕਾਂ ਨੂੰ ਇਹ ਜਾ ਕੇ ਕਿਹਾ ਹੈ ਕਿ ਤੁਸੀਂ ਕਿਤੇ ਵੀ ਵੋਟ ਪਾਓ ਪਰ ਭਾਜਪਾ ਨੂੰ ਨਾ ਪਾਇਓ। ਵੀ ਉਹਦਾ ਕਿੰਨਾ ਕੁ ਅਸਰ ਹੁੰਦਾ ਹੈ? ਯਾਨੀ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਉਹ ਨਾਪਤੋਲ ਕਰ ਰਹੇ ਨੇ ਇਸ ਗੱਲ ਦਾ ਵੀ? ਅਸਰ ਨੂੰ ਕੀ ਦੇਖੋਗੇ ਤੁਸੀਂ? ਅੱਜ ਸ਼ਾਮ ਦੀ ਖਬਰ ਪੜ੍ਹੀ ਹੈ, 90 ਵੋਟਾਂ ਪੋਲਿੰਗ ਹੁੰਦੀਆਂ ਨੇ, ਈਵੀਐਮ ਮਸ਼ੀਨ ਚੋਂ 171 ਨਿਕਲਦੀਆਂ ਨੇ ਜੀ। ਅਫਸਰ ਸਸਪੈਂਡ ਕੀਤੇ ਜਾਂਦੇ ਨੇ। ਕਿਵੇਂ ਗਿਣੀਏ ਵੀ ਤੁਸੀਂ ਕਿਵੇਂ ਠੀਕ ਹੋ? ਜਿਹੜੇ ਇਹ ਇੰਨੇ ਹੰਕਾਰੇ ਹੋਏ ਬੋਲਦੇ ਆ, ਪਤਾ ਹੀ ਨਹੀਂ ਲੱਗਦਾ ਗੜਬੜਾ ਕਿੱਥੇ ਨੇ। ਵੋਟਾਂ 90 ਪੇ ਹੁੰਦੀਆਂ ਨੇ, ਪੋਲਿੰਗ ਮਸ਼ੀਨ 'ਚ 171 ਨਿਕਲਦੀਆਂ ਨੇ, ਸਸਪੈਂਡ ਕਰਦੇ ਨੇ ਅਫਸਰਾਂ ਨੂੰ। ਬਹੁਤ ਰੌਲਾ ਪਿਆ ਹੀ ਗੇਮ 'ਚ। ਜਿਵੇਂ ਹੁਣ ਹੰਕਾਰ ਕੇ ਬੋਲਦੇ ਨੇ ਵੀ ਅਸਾਮ ਵੀ ਜਿੱਤਾਂਗੇ, ਬੰਗਾਲ ਵੀ ਜਿੱਤਾਂਗੇ, ਪੰਜਾਬ ਵੀ ਜਿੱਤਾਂਗੇ, ਯੂਪੀ ਵੀ ਜਿੱਤਾਂਗੇ। ਕੀ ਬੋਲਦਾ? ਇਹਨਾਂ ਦੇ ਵਿੱਚ ਕਰਪਸ਼ਨ ਬੋਲਦੀ ਹੈ, ਇਹਨਾਂ ਦੇ ਵਿੱਚ ਉਹ ਲਾਈਨ ਬੋਲਦੀ ਹੈ ਜਿਹੜੀ ਇਹਨਾਂ ਦੇ ਅੰਦਰ ਹੈ। ਇਹਨਾਂ ਦੀ ਉਹ ਕੁਆਲਿਟੀ ਬੋਰਡ ਦੀ ਹੈ। ਬੀਜੇਪੀ ਦੀ ਇੱਕ ਲੀਡਰ ਕੋਲੋਂ ਈਵੀਐਮ ਮਸ਼ੀਨਾਂ ਨਕਲੀ ਫੜੀਆਂ ਕੀ ਪੜਿਆ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਇਹਦਾ ਜੇ ਬਹੁਤ ਵੱਡਾ ਰੌਲਾ ਹੈ। ਕੋਈ ਹਿਟਲਰ ਸ਼ਾਹੀ ਬਣਨ ਜਾ ਰਹੇ ਨੇ। ਠੀਕ ਹੈ, ਜਿੱਤ ਜਾਓਗੇ ਹਾਰ ਜਾਓਗੇ, ਇਹ ਸਭ ਤੁਹਾਡਾ ਸਵਾਲ ਹੈ। ਅਸੀਂ ਤਾਂ ਨਾ ਜਿੱਤ ਤੋਂ ਨਾ ਹਾਰ ਤੋਂ ਤੁਹਾਡੇ ਸ਼ਰੀਕ ਨਹੀਂ ਹਾਂ। ਅਸੀਂ ਤਾਂ ਕਿਸਾਨ ਆ, ਲੜ ਰਹੇ ਹਾਂ ਮੈਦਾਨ 'ਚ। ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ ਤਾਂ ਤੁਸੀਂ ਦੇਖਣਾ। ਅਸੀਂ ਜਿੱਤਦੇ ਹਾਂ ਜਾਂ ਹਾਰਦੇ ਹਾਂ ਅਸੀਂ ਦੇਖਣਾ। ਅਸੀਂ ਤਾਂ ਲੜਾਂਗੇ ਸੱਤ ਜੀ। ਉਗਰਾਹਾਂ ਸਾਹਿਬ ਆਖਰ ਤੇ ਇੱਕ ਸਵਾਲ ਜ਼ਰੂਰ ਤੁਹਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਹਿੱਸਾ ਹੋ ਸੰਯੁਕਤ ਕਿਸਾਨ ਮੋਰਚੇ ਦਾ। ਆਉਣ ਵਾਲੇ ਟਾਈਮ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਮੋਰਚੇ ਦੇ ਵੱਲੋਂ ਕਿ ਸੰਸਦ ਦਾ ਘਿਰਾਓ ਕਰਾਂਗੇ, ਪਰ ਜਿਵੇਂ ਹੀ ਦਿੱਲੀ ਜਾਣ ਦੀ ਗੱਲ ਹੁੰਦੀ ਹੈ ਔਰ ਇਕੱਠ ਲੈ ਕੇ ਜਦੋਂ ਜਾਣ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਫਿਰ 26 ਵਾਲਾ ਉਹ ਇਨਸੀਡੈਂਟ ਯਾਦ ਆ ਜਾਂਦਾ, ਜਿਸ ਤੋਂ ਬਹੁਤ ਸਾਰਾ ਘਾਟਾ ਸੰਯੁਕਤ ਕਿਸਾਨ ਮੋਰਚੇ ਨੇ ਖਾਧਾ ਹੈ ਔਰ ਅੰਦੋਲਨ ਨੇ ਖਾਧਾ ਹੈ। ਹੁਣ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ? ਜਾਣੀ ਇਹਨੂੰ, ਇਸ ਕਾਲ ਨੂੰ ਕਿਵੇਂ ਮੰਨਦੇ ਹੋ ਕਿ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਉਹ ਥੋੜੀਆਂ ਬਹੁਤੀਆਂ ਜੇਕਰ ਕਿਤੇ ਗਲਤੀਆਂ ਵੀ ਹੋਈਆਂ ਕਿ ਲੱਗਦਾ ਹੈ ਕਿ ਸੁਧਾਰ ਚੁੱਕੇ ਹੋ ਔਰ ਸੰਸਦ ਮਾਰਚ ਹੈ ਜਿਹੜਾ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਠੀਕ ਤਰੀਕੇ ਜਿਹੜਾ ਉਹ ਕਰ ਸਕਦੇ ਹੋ? ਦੇਖੋ, ਜੇ ਸੰਸਦ ਵੱਲ ਮਾਰਚ ਦਾ ਸਵਾਲ ਕੀਤਾ, ਮੈਂ ਉਸ ਮੀਟਿੰਗ 'ਚ ਨਹੀਂ ਸੀ। ਜਿਹੜਾ ਇਹ ਬੋਲਿਆ ਜਾ ਰਿਹਾ ਵੀ ਸੰਸਦ ਦਾ ਘਿਰਾਓ ਕਰਾਂਗੇ, ਘੇਰਾ ਡਾਲਾਂਗੇ, ਡੇਰਾ ਡਾਲਾਂਗੇ। ਬਹੁਤ ਸਾਰੇ ਲੀਡਰ ਕਹਿੰਦੇ ਨੇ ਛਾਲਾ ਮਾਰ ਕੇ ਉੱਤੋਂ ਦੀ ਟੱਪ ਜਾਗੇ, ਬਹੁਤ ਸਾਰੇ ਲੀਡਰ ਕਹਿੰਦੇ ਨੇ ਨਾਕੇ ਤੋੜ ਕੇ ਉੱਤੋਂ ਦੀ ਟੱਪ ਜਾਗੇ। ਇਸ ਗੱਲ ਦਾ ਸਵਾਲ ਤਾਂ ਜੀ ਮੋਰਚੇ ਦੇ, ਸੰਯੁਕਤ ਮੋਰਚੇ ਦੇ ਵਿਚਾਰਨ ਵਾਲਾ, ਕਿਉਂਕਿ ਅਸੀਂ 26 ਫੇਰ ਦੁਹਰਾਉਣਾ ਚਾਹੁੰਦੇ। 26 ਵੀ ਸਾਡਾ ਕੋਈ ਪ੍ਰੋਗਰਾਮ ਨਹੀਂ, ਸਾਡੀ ਇਸ ਤੇ ਵੀ ਸਹਿਮਤੀ ਨਹੀਂ ਵੀ ਸੰਸਦ ਵੱਲ ਮਾਰਚ ਹੋਵੇ। ਪਰ ਜੋ ਸੰਯੁਕਤ ਮੋਰਚੇ ਨੇ ਕਰ ਲਿਆ ਅਸੀਂ ਬਾਹਰ ਨਹੀਂ ਕਹਿੰਦੇ, ਕਿਉਂਕਿ ਸਾਨੂੰ ਇਸ ਕਰਕੇ ਉਹਨਾਂ ਨੂੰ ਮੰਨਣਾ ਪੈਣਾ ਵੀ ਉਹਨਾਂ ਨੇ ਜੇ ਤੈਅ ਕਰ ਲਿਆ। ਅਜੇ ਟਾਈਮ ਪਿਆ, ਇੱਥੇ ਦੁਬਾਰਾ ਸੀਟਿੰਗ ਹੋਊਗੀ, ਬਹਿਸ ਹੋਊਗੀ, ਕਿਉਂਕਿ ਸੰਯੁਕਤ ਮੋਰਚਾ ਇੱਥੇ ਬਹੁਤ। ਪਰ ਮੋਰਚੇ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਸਰਬਸੰਮਤੀ ਨਾਲ ਹੀ ਲਿਆ ਜਾਂਦਾ। ਦੇਖੋ, ਮੋਰਚੇ ਦੇ ਫੈਸਲੇ ਪ੍ਰਵਾਨ ਕਰਦੇ ਆ, ਮੋਰਚੇ ਦਾ ਫੈਸਲਾ ਪ੍ਰਵਾਨ ਕੀਤਾ ਹੈ, ਪਰ ਅਜੇ ਕਿਉਂਕਿ ਇਹਨੇ ਤੇ ਡੇਟ ਤੈਅ ਹੋਣੀ ਹੈ, ਇਹਦੇ ਤੇ ਬਹਿਸ ਹੋਣੀ ਹੈ, ਮਾਰਚ ਹੋਵੇ ਕਿਹਾ ਜਾ ਹੋਵੇ, ਨਕਸ ਕਿਤੇ 26 ਦੁਹਰਾਈ ਨਾ ਜਾਵੇ, ਕੀ ਇਹਦੇ 'ਚ ਫਰਕ ਪਾਈਏ, ਕਿਹੜੀਆਂ ਗੱਲਾਂ ਹੋਣ ਜਿਹੜੀਆਂ ਸਾਨੂੰ ਮੋਰਚੇ 'ਚ ਕਰਨੀਆਂ ਚਾਹੀਦੀਆਂ ਨੇ, ਕਿਹੜੇ ਹੁੱਸੇ ਹੋਣ, ਕਿਵੇਂ ਕਰੀਏ। ਇਹ ਕਾਫੀ ਗੰਭੀਰ ਮਸਲਾ ਹੈ। ਮੁੜ ਕੇ 26 ਨਾ ਦੁਹਰਾਈ ਜਾਵੇ, ਇਹ ਗੱਲ ਧਿਆਨ 'ਚ ਰੱਖੀ। ਪਰ ਇੰਨਾ ਸਮਾਂ ਪਹਿਲਾਂ ਐਲਾਨ ਕਰ ਦੇਣਾ ਕਿ ਅਸੀਂ ਤਾਂ ਸੰਸਦ ਵੱਲ ਜਾਵਾਂਗੇ, ਸੰਸਦ ਘੇਰਾਂਗੇ, ਉਹੋ ਜਿਹਾ ਹੀ ਬਿਆਨ ਹੈ ਜਿਵੇਂ ਪਹਿਲਾਂ ਹੀ ਇਹ ਕਿਹਾ ਜਾਂਦਾ ਸੀ ਕਿ ਟਰੈਕਟਰ ਲੈ ਕੇ ਆਓ। ਇਹ ਟਰੈਕਟਰ ਕਈ ਆਗੂਆਂ ਨੇ ਤੇ ਵੀ ਕਿਹਾ ਸੀ ਕਿ ਦਿੱਲੀ ਦੀ ਮੋਦੀ ਦੀ ਹਿੱਕ ਤੇ ਚੱਲਣਗੇ, ਦਿੱਲੀ ਦੀ ਹਿੱਕ ਤੇ ਚੱਲਣਗੇ। ਕੁਝ ਇਸ ਤਰ੍ਹਾਂ ਦੇ ਬਿਆਨ ਇਹਨੂੰ ਸਮਝਿਆ ਜਾ ਸਕਦਾ ਲੋਕਾਂ ਤੱਕ? ਵੈਸੇ ਤਾਂ ਇਸ ਤਰ੍ਹਾਂ ਦਾ ਹੀ ਜਾਊਗਾ। ਇਹ
ਪਹਿਲਾਂ 26 ਵੀ ਐਂ ਵਿਗੜੀ ਹੈ। ਬਾਹਾਂ ਕੱਢ ਕੱਢ ਕੇ ਉੱਚੀਆਂ ਬੋਲਦੇ ਨੇ ਕਿ ਟਰੈਕਟਰ ਆਉਣਗੇ ਢਾ ਦਿਆਂਗੇ, ਫਲਾਣਾ ਕਰ ਦਾਂਗੇ, ਦਿੱਲੀ ਦੇ ਕਿੰਗਰੇ ਢਾ ਦਾਂਗੇ, ਲਾਲ ਕਿਲ੍ਹਾ ਢਾ ਦਿਆਂਗੇ। ਬਿਲਕੁਲ। ਜੇ ਲਾਲ ਕਿਲ੍ਹਾ ਢਾਉਣ ਨਾਲ ਇਹ ਮੰਗਾਂ ਮੰਨੀਆਂ ਜਾਂਦੀਆਂ ਹੁੰਦੀਆਂ, ਬਾਈ ਅੱਜ ਨੂੰ ਕਿਦਾਂ ਦੇ ਅਸੀਂ ਲਾਲ ਕਿਲ੍ਹੇ ਜਾਵੜ। ਜੇ ਸੰਸਦ ਘੇਰੇ ਤੋਂ ਇਹ ਮਸਲਾ ਹੱਲ ਹੁੰਦਾ ਸੀ, ਸੰਸਦ ਕਿਦਾਂ ਦੇ ਜਾਵੜ। ਲਾਲ ਕਿਲ੍ਹੇ ਦਾ ਝੰਡਾ ਚੜ ਗਿਆ, ਮੰਗਾਂ ਤਾਂ ਮੰਨੀਆਂ ਨਹੀਂ ਗਈਆਂ। ਹੁਣ ਸੰਸਦ ਹੀ ਬਾਕੀ ਹੈ। ਅਸਲ ਵਿੱਚ ਇਹ ਹੈ ਵੀ ਦੂਜੀਆਂ ਇੱਕ ਤਾਕਤਾਂ ਨੇ ਜਿਹੜੀਆਂ ਇਸ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀਆਂ ਨੇ। ਕੁਝ ਤਾਕਤਾਂ ਨੇ ਜਿਹੜੀਆਂ ਇਸ ਅੰਦੋਲਨ ਨੂੰ ਕਿਨਾਰੇ ਨਹੀਂ ਲੱਗਣ ਦਿੰਦੀਆਂ। ਇਹ ਤਾਕਤਾਂ ਕਿਹੜੇ ਪਾਸੋਂ ਆਈਆਂ ਨੇ, ਕੀ ਸੋਚਦੀਆਂ ਨੇ? ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਸੇ ਨਾ ਕਿਸੇ ਪਾਸੋਂ ਕੋਈ ਨਾ ਕੋਈ ਘੁਸਪੈਠ ਹੈ ਜਿਹੜੀ ਇਹ ਮੋਰਚੇ ਨੂੰ ਚੱਲਣ ਨਹੀਂ ਦਿੰਦੀ। ਇਹ ਮੋਰਚਾ ਸਹੀ ਦਿਸ਼ਾ ਚੱਲਦਾ, ਇਹਨੂੰ ਚੱਲਦੇ ਚੱਲਦੇ ਨੂੰ ਕੋਈ ਗਰਮ ਪ੍ਰੋਗਰਾਮ ਦੇ ਉੱਤੇ ਤਿੱਖਾ ਪ੍ਰੋਗਰਾਮ, ਅਸੀਂ ਰੋਟੀ ਖਾਣ ਨਹੀਂ ਤੇ ਆਏ, ਬੈਠਣ ਨਹੀਂ ਆਏ ਸੀ। ਉਹ ਲੋਕ ਬੋਲਦੇ ਨੇ ਜਿਨ੍ਹਾਂ ਕੋਲੇ ਭਿੜਨ ਦੀ ਤਾਕਤ ਨਹੀਂ, ਦੂਜਿਆਂ ਦੇ ਮੋਢਿਆਂ ਤੇ ਧਰ ਕੇ ਚਲਾਉਂਦੇ। ਉਹ ਲੋਕਾਂ ਨੇ ਸਿੰਗੀ ਮਿੱਟੀ ਚੱਕੀ ਹੋਈ ਹੈ ਜਿਨ੍ਹਾਂ ਦੇ ਕੋਲੇ 5-5 7-7 ਬੰਦੇ ਵੀ ਹੈ ਨਹੀਂ, ਜਿਨ੍ਹਾਂ ਦੀ ਇੱਥੇ ਇੱਕ ਟਰਾਲੀ ਵੀ ਨਹੀਂ। ਉਹ ਲੋਕਾਂ ਨੇ ਸੰਸਦ ਦਾ ਮਾਰਚ ਤੋਂ ਹੇਠਾਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਇਦੋਂ। ਇਸ ਕਰਕੇ ਸਾਰੀਆਂ ਜਥੇਬੰਦੀਆਂ 'ਚ ਇਹ ਗੱਲ ਦੁਬਾਰੇ ਵਿਚਾਰਨ ਦਾ ਇਸ਼ੂ ਹੈਗਾ। ਇਹ ਨਹੀਂ ਵੀ ਇਹ ਪਾਸ ਹੋ ਗਈ ਤੇ ਇਹ ਲਾਗੂ ਹੋ ਗਈ, ਇਹ ਗੱਲ ਹੈ ਨਹੀਂ। ਕਿਉਂਕਿ ਅੱਗੇ ਆਉਂਦੀਆਂ ਨੇ ਗੱਲਾਂ ਵਿਚਾਰਨ ਵਾਲੀਆਂ ਨੇ। ਪਹਿਲਾਂ ਮਾਰ ਖਾਧੀ ਆ ਮੋਰਚੇ ਨੇ, ਦੁਬਾਰਾ ਮੋਰਚਾ ਖਾਣ ਵਾਸਤੇ ਤਿਆਰ ਨਹੀਂ। ਚਰਚਾ ਚੱਲ ਰਹੀ ਹੈ। ਕਿੱਥੇ ਫੈਸਲਾ ਹੁੰਦਾ ਫਿਰ ਦੇਖੋ, ਵਾਧੇ ਵੀ ਉਹਨਾਂ ਦੇ, ਘਾਟੇ ਵੀ ਉਹਨਾਂ ਦੇ। ਨਾ ਅਸੀਂ ਉਹਨਾਂ ਤੋਂ ਬਾਹਰ ਆ, ਨਾ ਉਹ ਸਾਤੋਂ ਬਾਹਰ ਨੇ। ਉਹ ਮਾਰਚ ਕਰਨਗੇ, ਅਸੀਂ ਮਾਰਚ ਕਰ ਲਾਂਗੇ। ਉਹ ਸੜਕ ਦੇਣਗੇ, ਅਸੀਂ ਵੀ ਸੜਕ ਤੇ 26 ਨੂੰ ਵੀ ਗਏ ਹਾਂ, ਹੁਣ ਵੀ ਜਾਵਾਂਗੇ। ਜੇ ਵਾਧਾ ਘਾਟਾ ਹੋਇਆ ਚੱਲਣ ਵਾਸਤੇ ਤਿਆਰ ਵੀ ਹੋਵਾਂਗੇ, ਉਹ ਵੀ ਚੱਲਣਗੇ। ਜੀ ਬਹੁਤ ਧੰਨਵਾਦ ਉਗਰਾਹਾਂ ਸਾਹਿਬ, ਤੁਸੀਂ ਸਮਾਂ ਦਿੱਤਾ। ਔਰ ਤਹਿਸਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਗੱਲਬਾਤ ਕਰਦਿਆਂ ਭਾਵੁਕ ਵੀ ਹੋਏ ਨੇ ਉਹਨਾਂ ਬਿਆਨਾਂ ਤੋਂ ਜੋ ਕੇਂਦਰੀ ਮੰਤਰੀ ਸਿਰਫ ਆਪਣੇ ਕਮਰਿਆਂ ਦੇ ਵਿੱਚ ਬਹਿ ਕੇ ਉਹ ਬਿਆਨ ਦੇ ਦਿੰਦੇ ਆ, ਜਾਣੀ ਕਿਸੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਕਿ ਕਿਸੇ ਪਰਿਵਾਰ ਦਾ ਜੋ ਮੈਂਬਰ ਹੈ ਉਹ ਇਸ ਦੁਨੀਆ ਨੂੰ ਛੱਡ ਕੇ ਗਿਆ, ਸਿਰਫ ਤੇ ਸਿਰਫ ਆਪਣੀ ਸੱਤਾ ਦਾ ਆਨੰਦ ਮਾਣ ਰਹੇ ਆ। ਤਾਂ ਸਿੱਧੇ ਤੌਰ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸੰਸਦ ਵੱਲ ਮਾਰਚ ਕਰਨਾ ਤਾਂ ਕਈ ਚੀਜ਼ਾਂ ਨੂੰ ਵਿਚਾਰਨਾ ਪੈਣਾ, ਮਾਪਣਾ ਪੈਣਾ ਹੈ ਕਿ ਅਸੀਂ ਉਹਦੇ ਕਾਬਲ ਵੀ ਹੈਗੇ ਆ। ਤਾਂ ਉਹਨਾਂ ਨੇ ਦੱਸਿਆ ਕਿ ਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਬੈਠਾਂਗੇ ਔਰ ਇਸ ਵਿਸ਼ੇ ਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਏਗਾ। ਅਗਲੇ ਹਫਤੇ ਫਿਰ ਹਾਜ਼ਰ ਹੋ ਜਾਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤੁਸੀਂ ਦੇਖਦੇ ਰਹਿਣਾ ਵਿਜ਼ਨ ਪੰਜਾਬ ਟੀਵੀ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।